तो ਫਰਾਰੀ ਕੋਈ ਵੱਡਾ ਫੰਕਸ਼ਨ ਕਰਦੀ ਹੈ ਤਾਂ ਉਹ ਇੱਕ ਬੰਦੇ ਨੂੰ ਬੁਲਾਉਣਾ ਨਹੀਂ ਭੁੱਲਦੀ। ਉਹ ਬੰਦਾ ਹੈ ਪੰਜਾਬੀ ਸਿੱਖ ਡਾਕਟਰ ਅਨਮੋਲ ਕਪੂਰ। 1947 ਚ ਭਾਰਤ ਦੀ ਵੰਡ ਹੁੰਦੀ ਹੈ ਤੇ ਉਹਨਾਂ ਦਾ ਪਿਤਾ ਦਾ ਜਨਮ ਰਿਫਿਊਜੀ ਕੈਂਪ 'ਚ ਹੁੰਦਾ ਹੈ ਤੇ ਅੱਜ ਡਾਕਟਰ ਅਨਮੋਲ ਕਪੂਰ ਜਿਹੜੇ ਹੈ ਦੁਨੀਆ ਦੀ ਸਭ ਤੋਂ ਮਹਿੰਗੀਆਂ ਗੱਡੀਆਂ ਦੇ ਮਾਲਕ ਨੇ ਤੇ ਨਾਲ ਦੀ ਨਾਲ ਫਰਾਰੀ ਨੇ ਉਹਨਾਂ ਨੂੰ ਇੱਕ ਵੱਡਾ ਤੇ ਰੇਅਰ ਆਨਰ ਵੀ ਦਿੱਤਾ ਹੈ। ਅੱਜ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦਾ ਲਵ ਅਫੇਅਰ ਫਰਾਰੀ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਕਪੂਰ ਸਾਹਿਬ ਰੈਡ FM ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਤੁਹਾਡਾ ਨਾਮ ਡਾਕਟਰ ਅਨਮੋਲ ਕਪੂਰ ਹੈ, ਪੇਸ਼ੇ ਤੁਸੀਂ ਕਾਰਡੀਓਲੋਜਿਸਟ ਹੋ। ਹਾਂਜੀ, ਬਟ ਤੁਹਾਨੂੰ ਜਾਣਿਆ ਜਾਂਦਾ ਹੈ ਡਾਕਟਰ ਅਨਮੋਲ ਕਪੂਰ ਫਰਾਰੀ। ਇਹ ਤਾਂ ਚਲੋ ਬਾਬੇ ਨਾਨਕ ਨੇ ਪਛਾਣ ਦਿੱਤੀ ਹੈ, ਅਸੀਂ ਕੌਣ ਹੁੰਨੇ ਆ ਪਛਾਣ ਲੈਣ ਵਾਲੇ। ਸੋ ਪਛਾਣ ਜੋ ਮਿਲੀ ਹੈ ਬਾਬੇ ਨਾਨਕ ਦੀ ਦੇਣ ਹੈ। ਜਿਵੇਂ ਮੈਂ ਕਿਹਾ ਥੋੜਾ ਲਵ ਅਫੇਅਰ ਬਾਰੇ ਜਾਣਦੇ ਹਾਂ ਫਰਾਰੀ ਦੇ ਨਾਲ। ਹਾਂਜੀ, ਇਹ ਡਾਕਟਰ ਕਪੂਰ ਸਾਹਿਬ ਦਾ ਘਰ ਹੈ। ਦੋ ਫਰਾਰੀਆਂ ਤੁਸੀਂ ਸਾਡੇ ਬੈਕਗ੍ਰਾਉਂਡ 'ਚ ਦੇਖ ਸਕਦੇ ਹੋ, ਇੱਕ ਲਾਲ ਰੰਗ ਦੀ ਹੈ, ਇੱਕ ਨੀਲੇ ਰੰਗ ਦੀ ਹੈ। ਇਹਨਾਂ ਦੀ ਕੀ ਕਹਾਣੀ ਹੈ ਉਹਨਾਂ ਤੋਂ ਜਾਣਦੇ ਹਾਂ। ਫਰਾਰੀ ਨਾਲ ਲਵ ਅਫੇਅਰ ਕਦੋਂ ਸ਼ੁਰੂ ਹੁੰਦਾ? ਦੇਖੋ ਇਹ ਬਾਈ ਚਾਂਸ ਲਵ ਅਫੇਅਰ ਹੁੰਦਾ। ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਫਰਾਰੀ ਨੂੰ ਅਫੋਰਡ ਕਰ ਸਕਦੇ ਹਾਂ ਜਾਂ ਲੈ ਸਕਦੇ ਹਾਂ। ਸ਼ਾਇਦ ਸੁਪਨਾ ਹੀ ਲੱਗਦਾ ਵੀ ਫਰਾਰੀ ਅਸੀਂ ਜ਼ਿੰਦਗੀ ਲੈ ਸਕਾਂਗੇ। ਜਿਵੇਂ ਮੈਂ ਦੱਸਿਆ ਤੁਹਾਡੇ ਫਾਦਰ ਰਿਫਿਊਜੀ ਕੈਂਪ ਜਨਮੇ। ਹਾਂਜੀ, ਉਹ ਸੇਮ ਟਾਈਮ ਫਰਾਰੀ ਦਾ ਜਨਮ ਹੋਇਆ ਤੇ ਪਹਿਲੀ ਕਾਰ ਜਿਹੜੀ ਫਰਾਰੀ 1947 ਦੇ ਵਿੱਚੋਂ ਹੀ ਬਾਹਰ ਨਿਕਲੀ। ਸੋ ਵੰਡ ਹੋਣਾ, ਫੈਕਟਰੀ ਦੇ ਵਿੱਚੋਂ ਫਰਾਰੀ ਦਾ ਨਿਕਲਣਾ ਉਸੇ ਟਾਈਮ ਬਣ ਕੇ, ਤੇ ਉਹ ਜਿਹੜਾ ਮਾਹੌਲ ਸੀਗਾ ਉਹ ਸ਼ਾਇਦ ਕੁਦਰਤ ਨੇ ਆਪੇ ਲਿਖਿਆ ਸੀਗਾ। ਉਹ ਤੁਸੀਂ ਪਲਾਨ ਨਹੀਂ ਕਰ ਸਕਦੇ। ਜਦੋਂ ਮੇਰੇ ਦਾਦਾ ਜੀ ਜੋ ਜਨਮ ਹੋਇਆ ਮੇਰੇ ਪਿਤਾ ਜੀ ਦਾ ਰਿਫਿਊਜੀ ਕੈਂਪ ਦੇ ਵਿੱਚ, ਤੇ ਉਦੋਂ ਉਹਨਾਂ ਕੋਲ ਪੈਸੇ ਨਹੀਂ ਸੀਗੇ। ਖੇਤੀਬਾੜੀ ਦਾ ਕੰਮ ਸੀ, ਪਹਿਲਾਂ ਸਰਗੋਧੇ ਵਾਲੇ ਪਾਸੇ ਕੰਮ ਸੀ, ਕੁਝ ਬਿਜ਼ਨਸ ਵੀ ਸੀਗਾ। ਛੱਡ ਕੇ ਭੱਜਣਾ ਪਿਆ ਇੱਥੇ ਆਏ, ਤੇ ਇੱਥੇ ਹੁਣ ਬੱਚਿਆਂ ਨੂੰ ਪਾਲਣ ਵਾਸਤੇ ਕੁਝ ਪੈਸੇ ਵੀ ਚਾਹੀਦੇ ਨੇ। ਤੇ ਉਦੋਂ ਮੇਰੇ ਦਾਦਾ ਜੀ ਦਰਜੀ ਦਾ ਕੰਮ ਸਿੱਖਣਾ ਸ਼ੁਰੂ ਕੀਤਾ। ਉਹ ਲੋਕਾਂ ਦੇ ਕੱਛੇ ਸੀਂਦੇ ਸੀਗੇ, ਲੋਕ ਕੁੜਤੇ ਪਜਾਮੇ ਸੀਂਦੇ ਸੀ, ਜਿਹਦੇ ਨਾਲ ਉਹਨਾਂ ਨੂੰ ਥੋੜ੍ਹੇ ਬਹੁਤ ਪੈਸੇ ਮਿਲਦੇ ਸੀ, ਜਿਹਦੇ ਨਾਲ ਵੀ ਮੇਰੇ ਡੈਡੀ ਦੇ ਉਹ ਤਨ ਢੱਕ ਸਕਦੇ ਸੀ, ਉਹਨਾਂ ਨੂੰ ਕੁਝ ਖਵਾ ਸਕਦੇ ਸੀਗੇ, ਜਾਂ ਦਾਦੀ ਨੂੰ ਕੋਈ ਰੋਟੀ ਖਵਾ ਸਕਦੇ ਸੀਗੇ। ਸੋ ਉੱਥੋਂ ਕਹਾਣੀ ਚੱਲੀ ਫਰਾਰੀ ਦੀ, ਤੁਸੀਂ ਐਂ ਕਹਿ ਸਕਦੇ ਹੋ। ਤੇ ਜਦੋਂ ਕੈਨੇਡਾ ਦੇ ਵਿੱਚ ਸਾਡੇ ਜਦੋਂ ਬੱਚਿਆਂ ਦਾ ਜਨਮ ਹੋਇਆ, ਮੈਨੂੰ ਸ਼ੌਂਕ ਸੀਗਾ ਕਿ ਹਾਰਡ ਟੌਪ ਫਰਾਰੀ ਲੈਣ ਦਾ, ਹਾਰਡ ਟੌਪ ਕਾਰ ਲੈਣ ਦਾ। ਮੈਨੂੰ ਸੌਫਟ ਟੌਪ ਨਹੀਂ ਚਾਹੀਦੀ ਸੀਗੀ। ਤੇ ਉਸ ਟਾਈਮ ਦੇ ਵਿੱਚ ਸਿਰਫ ਦੋ ਕੁ ਕੰਪਨੀਆਂ ਦੇ ਕੋਲੇ ਹਾਰਡ ਟੌਪ ਕਨਵਰਟੇਬਲਸ ਕਾਰਾਂ ਹੁੰਦੀਆਂ ਸੀ। ਮਰਸੀਡੀਜ਼ ਦੀ ਹਾਰਡ ਟੌਪ ਆਉਂਦੀ ਸੀ ਤੇ ਫਰਾਰੀ ਦੀ ਆਉਂਦੀ ਸੀਗੀ। ਤੇ ਸਾਡੇ ਦੋ ਬੱਚੇ ਸੀਗੇ ਤੇ ਮੈਂ ਵਾਈਫ ਨੂੰ ਕਿਹਾ ਮੈਂ ਹਾਰਡ ਟੌਪ ਗੱਡੀ ਲੈਣ ਚੱਲਾਂ। ਮੈਂ ਮਰਸੀਡੀਜ਼ ਲੈਣ ਜਾ ਰਿਹਾ ਸੀ ਉਦੋਂ। ਤੇ ਉਹ ਕਹਿੰਦੇ ਵੀ ਇਹ 'ਚ ਬੱਚੇ ਆ ਜਾਣਗੇ? ਮੈਂ ਕਿਹਾ ਨਹੀਂ, 2 ਸੀਟਰ ਹੈਗੀ ਹੈ। ਤੇ ਕਹਿੰਦੇ ਬੱਚੇ ਛੋਟੇ ਨੇ, ਆਪਾਂ ਜਿਹੜੀ ਕਾਰ ਪਹਿਲੀ ਲੈਣੀ ਹੈ ਆਪਾਂ 4 ਬੱਚੇ ਵੀ ਆ ਸਕਣ ਜਿਹਦੇ ਵਿੱਚ। ਤਾਂ ਮੈਂ ਕਿਹਾ ਫਿਰ ਤਾਂ ਫਰਾਰੀ 'ਚ ਆਊਗੀ, ਤਾਂ ਕਹਿੰਦੇ ਫਰਾਰੀ ਲੈ ਲੈਂਦੇ ਆਪਾਂ। ਸੋ ਉੱਥੋਂ ਲਵ ਅਫੇਅਰ ਬਣਿਆ। ਉੱਥੋਂ ਲੱਗਿਆ ਵੀ ਜੋ ਸੁਪਨੇ ਸੀਗੇ, ਚਾਹੇ ਸਾਨੂੰ ਨਹੀਂ ਪਤਾ ਸੀ ਉਸ ਟਾਈਮ ਦੇ ਵਿੱਚ, ਪਰ ਅਸੀਂ ਅਫੋਰਡ ਕਰ ਸਕਦੇ ਸੀ, ਪਰ ਸੋਚਿਆ ਨਹੀਂ ਸੀ ਅਸੀਂ ਕਰ ਸਕਦੇ ਹਾਂ, ਲਵਾਂਗੇ। ਤੇ ਉਦੋਂ ਮੈਂ ਫਰਾਰੀ ਲਈ। 2013 ਦੀ ਪਹਿਲੀ ਕੈਲੀਫੋਰਨੀਆ ਮਾਡਲ ਸੀਗਾ, ਜਿਹਦੇ ਵਿੱਚ ਬੱਚਿਆਂ ਨੂੰ ਲੈ ਕੇ ਅਸੀਂ ਜਾਂਦੇ ਸੀ ਜਿੱਥੇ ਵੀ ਘੁੰਮਦੇ ਸੀ, ਨਿੱਕੇ ਬੱਚੇ ਸੀਗੇ। ਉਹ ਤੋਂ ਬਾਅਦ ਫਿਰ ਫਰਾਰੀ ਨੇ ਸਾਨੂੰ ਬਹੁਤ ਆਦਰ ਦਿੱਤਾ, ਜਿਸ ਤੋਂ ਬਾਅਦ ਬਸ ਬਾਬੇ ਨਾਨਕ ਦੀ ਮਿਹਰ ਹੋ ਰਹੀ ਹੈ। ਹੁਣ ਜਿਹੜੀ ਆਹ ਲਾਲ ਫਰਾਰੀ ਹੈ, ਅਸੀਂ ਤਾਂ ਲਾਲ ਹੀ ਕਵਾਂਗੇ, ਤੁਸੀਂ ਇਹਨੂੰ ਬਰੀਕੀ ਸਾਨੂੰ ਦੱਸੋ ਵੀ ਇਹਦੀ ਕੀ ਖਾਸੀਅਤ ਹੈ ਤੇ ਫਰਾਰੀ ਕੰਪਨੀ ਨੇ ਤੁਹਾਨੂੰ ਜਿਹੜਾ ਰੇਅਰ ਆਨਰ ਦਿੱਤਾ ਹੈ, ਜਿਹੜਾ ਮਾਣ ਦਿੱਤਾ ਹੈ, ਹਾਂਜੀ, ਉਹ ਕੀ ਹੈ? ਦੇਖੋ ਫਰਾਰੀ, ਲਾਲ ਫਰਾਰੀਆਂ ਫੇਮਸ ਹੈ ਫਰਾਰੀ ਵਾਸਤੇ। ਅਸੀਂ ਜੇ ਫਰਾਰੀ ਪਿਕਚਰਾਈਜ਼ ਕਰਦੇ ਹਾਂ ਹਮੇਸ਼ਾ ਆਪਣੇ ਆਪ ਨੂੰ, ਅਸੀਂ ਲਾਲ ਫਰਾਰੀ ਤੋਂ ਪਿਕਚਰਾਈਜ਼ ਕਰਦੇ ਹਾਂ ਵੀ ਨੀਲੀ ਫਰਾਰੀ ਵੀ ਚੰਗੀ ਲੱਗਦੀ ਹੈ, ਪਰ ਲਾਲ ਹੀ ਲੋਕ ਪਸੰਦ ਕਰਦੇ ਨੇ। ਉਹ ਕਿਉਂਕਿ ਕਲਾਸਿਕ ਕਲਰ ਨੇ ਜੀ ਉਹਨਾਂ ਦੇ। ਰੋਸੋ ਕੋਰਸਾ ਕਲਰ ਹੈਗਾ, ਜੋ ਰੋਸਾ ਕੋਰਸਾ ਇਦਾਂ ਮਿਲਦਾ ਜੁਲਦਾ ਕਲਰ। ਫਾਰਮੂਲਾ 1 ਦੀ ਵੀ ਜੇ ਗੱਲ ਕਰੀਏ ਉਹਦੇ ਲਾਲ ਉਹ ਇਮੇਜ ਆਉਂਦੀ ਹੈ, ਹਮੇਸ਼ਾ ਫਰਾਰੀ ਲਾਲ ਹੀ ਰਹੀ ਹੈ। ਇੰਡੀਆ ਵਾਸਤੇ ਪਹਿਚਾਨ ਫਰਾਰੀ ਸਚਿਨ ਤੇਂਦੁਲਕਰ ਨੇ ਵੀ ਕਰਾਈ, ਉਹਨਾਂ ਕੋਲ ਵੀ ਲਾਲ ਫਰਾਰੀ ਲਾਲ ਸੀ। ਉਹਦੀ ਕਹਾਣੀ ਹੈ, ਜਦੋਂ ਫਾਰਮੂਲਾ 1 ਦਾ ਟ੍ਰੈਡੀਸ਼ਨ ਸ਼ੁਰੂ ਹੋਇਆ, ਰੇਸਾਂ ਸ਼ੁਰੂ ਹੋਈਆਂ, ਤਾਂ ਉਹਨਾਂ ਨੇ ਉਹਦੇ ਨਾਲ ਕੰਟਰੀਆਂ ਦੇ ਅਨੁਸਾਰ ਜਿਹੜੀਆਂ ਟੀਮਾਂ ਬਣੀਆਂ ਕਲਰ ਦੇਤੇ, ਤੇ ਬਾਈ ਚਾਂਸ ਫਰਾਰੀ ਨੂੰ ਰੈੱਡ ਕਲਰ ਮਿਲਿਆ ਸੀ ਉਦੋਂ। ਅੱਛਾ ਜੀ। ਤੇ ਉਹ ਤੋਂ ਬਾਅਦ ਫਰਾਰੀ ਨੇ ਉਹਨੂੰ ਰੈੱਡ ਨੂੰ ਵੀ ਬ੍ਰਾਂਡਿੰਗ ਕਰਨੀ ਸ਼ੁਰੂ ਕਰ ਦਿੱਤੀ, ਤੇ ਉਹ ਰੈੱਡ ਕਰਕੇ ਫਰਾਰੀ ਮਤਲਬ ਫੇਮਸ ਹੋ ਗਈ। ਸੋ ਉਹਨਾਂ ਦੇ 2-3 ਕਲਰ ਨੇ। ਰੋਸਾ ਕੋਰਸਾ ਕਲਰ ਹੈਗਾ, ਕਾਫੀ ਫੇਮਸ ਹੈ, ਇੱਦਾਂ ਜੁਦਾ ਮਿਲਦਾ ਜੁਦਾ ਕਲਰ ਹੈਗਾ। ਰੋਸਾ ਸਕੂਦਰੀਆ ਕਲਰ ਹੈਗਾ, ਜਿਹੜੀਆਂ ਰੇਸਿੰਗ ਕਾਰਾਂ ਹੁੰਦੀਆਂ ਸੀ ਫਾਰਮੂਲਾ 1 ਦੀਆਂ, ਉਹ ਕਲਰ ਕਾਫੀ ਤੁਹਾਨੂੰ ਦੇਖਣ ਨੂੰ ਮਿਲਦਾ ਮਾਰਕੀਟ ਦੇ ਵਿੱਚ। ਸੋ ਜੋ ਇਹ ਕਲਰ ਹੈ, ਇਹ ਕਲਰ ਸਪੈਸ਼ਲ ਕਲਰ ਹੈ। ਨੋਰਮਲ ਲਾਈਟ ਦੇ ਤੁਹਾਨੂੰ ਲੱਗੇਗਾ ਰੋਸਾ ਕੋਰਸਾ ਕਲਰ ਹੈ, ਜਿਵੇਂ ਆਮ ਲਾਲ ਫਰਾਰੀ ਦਾ ਕਲਰ ਹੁੰਦਾ ਹੈ, ਤੁਹਾਡੇ ਵਿਊਅਰਸ ਨੂੰ ਉਵੇਂ ਲੱਗੇਗਾ। ਧੁੱਪ 'ਚ ਦੇਖੋਗੇ ਕਲਰ ਨੂੰ ਤਾਂ ਇਹ ਰੋਸੋ ਕਪੂਰ ਬਣ ਜਾਂਦਾ ਹੈ। ਕਪੂਰ ਸਾਡਾ ਨਾਮ ਹੈ, ਲਾਸਟ ਨਾਮ। ਤੇ ਫਰਾਰੀ ਨੇ ਸਾਡੇ ਨਾਮ 'ਤੇ ਪਹਿਲੀ ਵਾਰ ਇਹ ਜਿਹਾ ਪੇਂਟ ਬਣਾਇਆ। ਅਸੀਂ ਪਹਿਲੇ ਪੰਜਾਬੀ ਹਾਂ ਜਾਂ ਪਹਿਲੇ ਹਿੰਦੁਸਤਾਨੀ ਹਾਂ, ਤੇ ਪਹਿਲੇ ਕੈਨੇਡੀਅਨ ਕਹਿ ਸਕਦੇ ਹਾਂ ਵੀ ਜਿਸ ਪਰਿਵਾਰ ਦੇ ਨਾਮ ਦੇ ਉੱਪਰ ਫਰਾਰੀ ਨੇ ਇੱਕ ਸਪੈਸ਼ਲ ਪੇਂਟ ਤਿਆਰ ਕੀਤਾ। ਉਹ ਰੋਸਾ ਕੋਰਸਾ ਜਿਹੜਾ ਟੌਪ ਪੇਂਟ ਹੈ, ਉਹਦੇ ਵਿੱਚ ਉਹਨਾਂ ਨੇ ਸੋਨੇ ਦੇ ਫਿਲਾਮੈਂਟ ਪਾਏ, 골ਡ ਫਿਲਾਮੈਂਟ ਪਾ ਕੇ ਉਹਨੂੰ ਇੱਕ ਸਪੈਸ਼ਲ
ਡੈਡੀਕੇਟ ਕੀਤਾ ਉਸ ਪੇਂਟ ਨੂੰ ਸਾਡੇ ਨਾਮ ਦੇ ਨਾਲ। ਬਲਕਿ ਇਹ ਪੇਂਟ ਜਿਹੜੇ ਹੈ 골ਡ ਫਿਲਾਮੈਂਟਸ ਪਾਏ ਹੋਏ ਨੇ। ਹਾਂਜੀ, ਉਹ ਜਿਹੜਾ 골ਡ ਫਲੇਕਸ ਪਏ ਹੋਏ ਨੇ ਜਿਹਦੇ ਨਾਲ ਇਹ ਔਰੇਂਜ ਸ਼ੇਡ ਲੈ ਲੈਂਦਾ ਧੁੱਪ ਦੇ ਵਿੱਚ, ਤੇ ਐਵੇਂ ਲੱਗਦਾ ਹੈ ਜਿਵੇਂ ਇੱਕ ਔਰੇਂਜ ਕਾਰ ਹੋਏਗੀ, ਦੂਜੇ ਪਾਸੋਂ ਲੱਗੇਗਾ ਇੱਕ ਲਾਲ ਕਾਰ ਹੈ ਰੋਸਾ ਕੋਰਸਾ। ਅੱਛਾ, ਤਾਂ ਇਹ ਚੇਂਜਸ ਹੈਗੀਆਂ ਨੇ। ਪਰ ਜਿਵੇਂ ਫਰਾਰੀ ਤਾਂ ਬਹੁਤ ਸਾਰੇ ਲੋਕ ਲੈ ਸਕਦੇ ਨੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਲੋਕਾਂ ਕੋਲ ਪੈਸਾ ਹੈਗਾ, ਬਿਲੀਅਨੇਅਰਸ ਹੈਗੇ ਨੇ। ਪਰ ਫਿਰ ਤੁਹਾਨੂੰ ਕਿਵੇਂ, ਤੁਹਾਡੇ ਨਾਂ ਤੇ ਕਵਰ ਕਿਵੇਂ ਸਿਲੈਕਟ ਹੁੰਦਾ ਹੈਗਾ? ਕਲਰ ਜਿਹੜਾ ਦਿੱਤਾ ਗਿਆ, ਨਾਮ ਦਿੱਤਾ ਗਿਆ ਸਪੈਸੀਫਿਕਲੀ, ਇਹ ਕੀ ਹੈ, ਇਹਦੇ ਕੀ ਕ੍ਰਾਈਟੀਰੀਆ ਹੁੰਦਾ, ਕੀ ਮਾਪਦੰਡ ਹੈ ਵੀ ਇਹ ਮਿਲਿਆ ਤੁਹਾਨੂੰ? ਦੇਖੋ, ਉਹ ਫਰਾਰੀ ਨੂੰ ਹੀ ਪਤਾ ਹੈ, ਕਿਸੇ ਨੂੰ ਸਾਨੂੰ ਆਪ ਨਹੀਂ ਪਤਾ ਕੀ ਮਾਪਦੰਡ ਹੈ, ਕਿਉਂਕਿ ਤੁਸੀਂ ਪੇਂਟ ਆਪਣੇ ਨਾਮ ਤੇ ਖਰੀਦ ਨਹੀਂ ਸਕਦੇ। ਤੁਸੀਂ ਰੋਜ਼ ਰਾਇਚ ਲੈ ਸਕਦੇ ਹੋ, 80,000 ਲੱਖ ਡਾਲਰ ਲੱਗਦਾ ਤੁਹਾਡੇ ਨਾਮ ਤੇ, ਰੋਜ਼ ਰਾਇਚ ਪੇਂਟ ਵੀ ਕਰ ਦੇਗੀ, ਲੈਂਬਰਗਿਨੀ ਵੀ ਕਰ ਦੇਗੀ। ਪਰ ਫਰਾਰੀ ਤੇ ਤੁਸੀਂ ਆਰਡਰ ਸ਼ੀਟ ਨਹੀਂ ਹੈਗੀ, ਕੋਈ ਡੀਲਰਸ਼ਿਪ ਤੁਹਾਨੂੰ ਆਰਡਰ ਨਹੀਂ ਕਰ ਸਕਦਾ। ਇਹ ਤੁਸੀਂ ਜਿੰਨੇ ਮਰਜ਼ੀ ਅਮੀਰ ਦੁਨੀਆ ਦੇ ਹੋ ਸਕਦੇ ਹੋ ਵੱਡੇ, ਤੁਹਾਡੇ ਕੋਲੇ ਬਹੁਤ ਤੁਸੀਂ ਰੋਜ਼ ਫਰਾਰੀਆਂ ਲੈਂਦੇ ਹੋਵੋਗੇ ਉਹਨਾਂ ਤੋਂ। ਮਤਲਬ ਕਿ ਜੇ ਮੈਂ ਗੱਲ ਕਰਾਂ, ਜੇ ਲੇਮਨ ਲੈਂਗੁਏਜ ਵੀ, ਜੇ ਅੰਬਾਨੀ ਅਡਾਨੀ ਚਾਹਣ ਹਾਂਜੀ ਵੀ ਉਹਨਾਂ ਦੇ ਨਾਂ ਤੇ ਫਰਾਰੀ ਰੰਗ ਕੱਢ ਦੇ, ਇਹ ਪੋਸੀਬਲ? ਦੇਖੋ, ਜੇ ਫਰਾਰੀ ਚਾਹੇਗੀ, ਜੇ ਫਰਾਰੀ ਚਾਹੇਗੀ ਭਾਵੇਂ ਉਹ ਜਿੰਨੇ ਮਰਜ਼ੀ ਪੈਸੇ ਵਾਲੇ ਹੋਣ, ਜੇ ਫਰਾਰੀ ਨਹੀਂ ਚਾਹੇਗੀ, ਉਹ ਚਾਹੇ ਅੰਬਾਨੀ ਨੇ, ਅਦਾਨੀ ਨੇ, ਕਿ ਜਸਟਿਨ ਬੀਬਰ ਨੇ, ਕਿ ਕੋਈ ਹੋਰ ਸਿੰਗਰ ਨੇ ਜਾਂ ਐਕਟਰ ਨੇ, ਉਹਨਾਂ ਨੂੰ ਨਹੀਂ ਮਿਲੇਗਾ। ਉਹਨਾਂ ਦੀ ਚੋਇਸ ਦੇ ਉੱਪਰ, ਫਰਾਰੀ ਦੀ ਚੋਇਸ ਦੇ ਉੱਪਰ ਹੈ। ਤੇ ਬਹੁਤ ਹੀ ਰੇਅਰ ਹੈ ਜੀ, ਉਂਗਲਾਂ ਤੇ ਗਿਣੇ ਹੋ ਚੁਣੇ ਲੋਕਾਂ ਨੂੰ ਇਹ ਆਨਰ ਮਿਲਿਆ ਹੋਇਆ ਧਰਤੀ ਤੇ। ਤੇ ਮਾਈਕਲ ਸ਼ੂਮਾਕਰ ਨੂੰ ਇਹ ਆਨਰ ਮਿਲਿਆ, ਸਾਨੂੰ ਆਨਰ ਮਿਲਿਆ, ਤੇ ਕਈ ਹੋਰ ਦੁਨੀਆ ਦੇ ਕੁਝ ਲੋਕ ਨੇ ਉਹਨਾਂ ਨੂੰ ਇਹ ਆਨਰ ਮਿਲਿਆ। ਕਈ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਨੂੰ ਫਰਾਰੀ ਬਾਏ ਕਰਨਾ ਬੈਨ ਹੈ, ਫਰਾਰੀ ਬਾਏ ਨਹੀਂ ਕਰ ਸਕਦੇ, ਬਹੁਤ ਪੈਸੇ ਉਹਨਾਂ ਕੋਲ, ਜਿਵੇਂ ਜਸਟਿਨ ਬੀਬਰ, ਕਿਮ ਕਾਰਦਾਸ਼ੀਅਨ ਹੈ ਨਾ, ਜਿਹੜਾ ਫਲਾਇਡ ਮੇਵੈਦਰ ਜੂਨੀਅਰ ਜਿਹੜੇ ਬਾਕਸਰ ਨੇ ਹੈ ਨਾ, ਵਰਲਡ ਚੈਂਪੀਅਨ ਰਹਿ ਚੁੱਕੇ ਨੇ, ਉਹ ਬੈਨ ਨੇ, ਅਨਡਿਫੀਟਡ ਨੇ, ਉਹ ਬੈਨ ਨੇ, ਉਹਨਾਂ ਵੀ ਫਰਾਰੀ ਨਹੀਂ ਲੈ ਸਕਦੇ। ਮਤਲਬ ਕਿ ਕੰਪਨੀ ਗੱਡੀ ਪੈਸਾ ਅਫੋਰਡੇਬਲ ਵੀ ਕਰ ਸਕਦਾ, ਕੋਈ ਬੰਦਾ ਅਫੋਰਡ ਕਰ ਸਕਦਾ, ਪਰ ਉਹਨੂੰ ਬੈਨ ਕੀਤਾ ਹੋਵੇ ਤੁਸੀਂ ਨਹੀਂ ਲੈਣੀ। ਹਾਂਜੀ, ਬਹੁਤ ਪੈਸੇ ਨੇ, ਜਸਟਿਨ ਬੀਬਰ ਕੋਲ ਬਹੁਤ ਪੈਸੇ ਨੇ ਜੀ, ਫਲਾਇਡ ਮੇਵੈਦਰ ਕੋਲ ਬਹੁਤ ਪੈਸੇ ਨੇ, ਰਿਚੈਸਟ ਐਥਲੀਟ ਹੈ। ਹਾਂਜੀ, ਤੇ ਪਰ ਫਰਾਰੀ ਨਹੀਂ ਲੈ ਸਕਦੇ। ਇਹਦਾ ਕਾਰਨ ਦੇਖੋ, ਫਰਾਰੀ ਬਹੁਤ ਉਹਨਾਂ ਦੀ ਰਿਸਰਚ ਟੀਮ ਹੈ, ਬਹੁਤ ਟਾਈਮ ਸਪੈਂਡ ਕਰਦੀ ਹੈ, ਉਹ ਸਿਲੈਕਟ ਕਰਦੀ ਹੈ ਜਿਨ੍ਹਾਂ ਲੋਕਾਂ ਨੂੰ ਇਹ ਆਨਰ ਮਿਲੇ ਨਵੀਂ ਫਰਾਰੀ ਦੇਣ ਦਾ, ਜਿਹੜੇ ਉਹਨਾਂ ਦੇ ਲੋਕਾਂ ਦੇ ਬ੍ਰਾਂਡ ਨੂੰ ਵਧਾਉਣ, ਨਾ ਕਿ ਬ੍ਰਾਂਡ ਨੂੰ ਘਟਾਉਣ। ਤੇ ਜੇ ਕੋਈ ਵੀ ਸੈਲੀਬ੍ਰਿਟੀ ਉਹਨਾਂ ਨੂੰ ਲੱਗੇ ਕਿ ਉਹਨਾਂ ਦੇ ਬ੍ਰਾਂਡ ਦੀ ਵੈਲਿਊ ਘਟਾ ਸਕਦਾ ਹੈ, ਉਹਨੂੰ ਬੈਨ ਕਰ ਦਿੰਦੇ ਨੇ। ਸੋ ਪੈਸਾ ਜ਼ਰੂਰੀ ਨਹੀਂ ਹੈਗਾ, ਤੁਹਾਡੀ ਲਾਇਲਟੀ ਕਿੰਨੀ ਹੈ, ਤੁਸੀਂ ਪੈਸ਼ਨੇਟ ਕਿਵੇਂ ਹੋ, ਤੁਸੀਂ ਫਰਾਰੀ ਨੂੰ ਓਰੀਜਨਲ ਕਿਵੇਂ ਬਣਾ ਕੇ ਰੱਖਦੇ ਹੋ, ਜਿਵੇਂ ਤੁਹਾਨੂੰ ਫਰਾਰੀ ਦਿੱਤੀ ਗਈ ਹੈ, ਤੁਸੀਂ ਉਹਨੂੰ ਕਿਵੇਂ ਮੇਨਟੇਨ ਰੱਖਦੇ ਹੋ। ਜਿਵੇਂ ਤੁਸੀਂ ਸੈਲੀਬ੍ਰਿਟੀ ਨਹੀਂ ਹੈਗੇ, ਹਾਂਜੀ, ਤੁਸੀਂ ਪੇਸ਼ੇ ਤੋਂ ਡਾਕਟਰ ਹੋ, ਹਾਂਜੀ, ਫਿਰ ਤੁਹਾਨੂੰ ਕੀ ਲੱਗਦਾ ਤੁਹਾਡੇ 'ਚ ਇਹੋ ਜਿਹੀ ਕਿਹੜੀ ਗੱਲ ਰਹੀ ਜਿਹੜੀ ਫਰਾਰੀ ਨੇ ਸਿਲੈਕਟ ਕੀਤੀ? ਤੁਸੀਂ ਪੁੱਛਿਆ ਤਾਂ ਜ਼ਰੂਰ ਹੋਣਾ ਵੀ ਵਾਈ ਮੀ? ਦੇਖੋ, ਉਹ 'ਚ ਵੀ ਕਹਾਣੀ ਹੈ ਹੋਈ। ਸਾਨੂੰ ਜਦੋਂ ਪਹਿਲੀ ਗੱਲ ਤਾਂ ਜੋ ਸਾਨੂੰ ਐਲੋਕੇਸ਼ਨ ਮਿਲੀ ਪੀਸਤਾ ਦੀ ਸਪੈਸ਼ਲ ਸੀਰੀਜ਼ ਕਾਰ, ਦੇਖੋ ਜਿਹੜੀ ਬਲੂ ਕਾਰ ਹੈਗੀ ਹੈ 488 ਸਪਾਈਡਰ ਹੈ, ਉਹ ਰੈਗੂਲਰ 488 ਕਾਰ ਹੈ। ਤੇ ਜਦੋਂ ਉਹਨਾਂ ਦੀ ਪ੍ਰੋਡਕਸ਼ਨ ਬੰਦ ਕਰ ਰਹੇ ਸੀ, ਫਰਾਰੀ ਦਾ ਟ੍ਰੈਡੀਸ਼ਨ ਰਿਹਾ ਜਦੋਂ ਵੀ ਕੋਈ ਕਾਰ ਹਿਸਟੋਰੀਕਲ ਕਾਰ ਬੰਦ ਕਰਦੇ ਨੇ, ਇੱਕ ਉਹ ਸਪੈਸ਼ਲ ਸੀਰੀਜ਼ ਕਾਰ ਦੇ ਟ੍ਰਿਬਿਊਟ ਵਾਸਤੇ ਉਹ ਜ਼ਰੂਰ ਬਣਾਉਂਦੇ ਨੇ। ਤੇ ਜਦੋਂ ਉਹਨਾਂ ਨੇ 488 ਦੀ ਪ੍ਰੋਡਕਸ਼ਨ ਬੰਦ ਕਰਨੀ ਸੀ, ਉਦੋਂ ਉਹਨਾਂ ਨੇ ਇਹ ਸਪੈਸ਼ਲ ਸੀਰੀਜ਼ ਕਾਰ ਕੱਢੀ ਸੀ, ਐਲੋਕੇਸ਼ਨ ਦਿੱਤੀ ਹੈ ਪੀਸਤਾ, ਹਾਂਜੀ ਵਾਲੀ, ਇਹਨੂੰ ਪੀਸਤਾ ਕਹਿੰਦੇ ਨੇ। 488 ਹੈ ਨਾ, 720 ਹਾਰਸ ਪਾਵਰ ਹੈ, 0 to 100 2.8 ਸੈਕਿੰਡ ਦੇ ਵਿੱਚ ਕਰ ਦਿੰਦੀ ਹੈ ਨਾ, ਤੇ ਵੈਰੀ ਰੇਸ ਟਰੈਕ ਕਾਰ ਹੈ। ਪੀਸਤਾ ਦਾ ਮਤਲਬ ਹੈ ਟਰੈਕ, ਆਪਾਂ ਪੀਸਤਾ ਕਹਿ ਦਿੰਦੇ ਹਾਂ ਪੀਸਤਾ ਖਾਣ ਵਾਲਾ, ਪਰ ਇਟਾਲੀਅਨ ਦੇ ਵਿੱਚ ਉਹਨੂੰ ਟਰੈਕ ਕਹਿੰਦੇ ਨੇ, ਰੇਸ ਟਰੈਕ। ਸੋ ਜਿਹੜੀ ਕਾਰ ਬਣਾਈ ਹੈ ਰੇਸ ਟਰੈਕ ਵਾਸਤੇ ਬਣਾਈ ਹੈ ਉਹਨਾਂ ਨੇ, ਵੀ ਤੁਸੀਂ ਫਾਰਮੂਲਾ 1 ਕਾਰ ਚਲਾ ਰਹੇ ਹੋ ਪਰ ਸੜਕ ਦੇ ਵਿੱਚ ਚਲਾ ਸਕਦੇ ਹੋ ਤੁਸੀਂ ਉਹਨੂੰ। ਤੇ ਇਹ ਕਾਰ ਹੈ, ਇਹਦੀ ਐਲੋਕੇਸ਼ਨ ਮਤਲਬ ਅਸੀਂ ਲੱਕੀਆਂ ਸਾਨੂੰ ਦਿੱਤੀ, ਅਸੀਂ ਐਲੀਜੀਬਲ ਨਹੀਂ ਸੀਗੇ, ਪਰ ਅਸੀਂ ਜਦੋਂ ਬੇਨਤੀ ਕੀਤੀ ਸ਼ਾਇਦ ਸਾਨੂੰ ਇਹ ਮਿਲ ਸਕਦੀ ਹੈ, ਤੇ ਸਾਨੂੰ ਅਪਡੇਟ ਮਿਲੀ ਫਰਾਰੀ ਤੋਂ ਵੀ ਤੁਹਾਨੂੰ ਅਸੀਂ ਕਾਰ ਦੇਵਾਂਗੇ। ਕਿਉਂਕਿ ਦੇਖੋ, ਅਸੀਂ ਕੁਝ ਚੈਰੀਟੇਬਲ ਇਵੈਂਟਸ ਕੀਤੀਆਂ ਨੇ ਕਮਿਊਨਿਟੀ ਦੇ ਵਿੱਚ। ਦਿਲਵਾਗ ਫਾਊਂਡੇਸ਼ਨ ਦਾ ਇੱਕ ਗਾਲਾ ਵੀ ਅਸੀਂ ਕੀਤਾ ਸੀ ਫਰਾਰੀ ਤੇ, ਤੇ ਦਿਲਵਾਗ ਫਾਊਂਡੇਸ਼ਨ ਇੱਕ ਪਹਿਲੀ ਸੰਸਥਾ ਹੈ ਸਾਡੀ ਕਮਿਊਨਿਟੀ ਦੀ ਹੈ ਜਿਹਨੂੰ ਫਰਾਰੀ ਨੇ ਸਪੋਰਟ ਕੀਤਾ। ਅੱਜ ਤੱਕ ਕਿਸੇ ਸੰਸਥਾ ਨੇ ਸਪੋਰਟ ਨਹੀਂ ਕੀਤਾ ਕੈਲਗਰੀ ਦੇ ਵਿੱਚ, ਸਿਰਫ ਦਿਲਵਾਗ ਨੂੰ ਹੀ ਸਪੋਰਟ ਕੀਤਾ। ਅਸੀਂ ਫੰਡ ਰੇਜ਼ਿੰਗ ਗਾਲਾ ਕੀਤਾ, ਜਿਹੜੇ ਪੈਸੇ ਰੇਜ਼ ਹੋਏ ਉਹ ਸਾਡੀ ਕਮਿਊਨਿਟੀ ਦੇ ਉੱਪਰ ਆ ਕੇ ਲੱਗੇ। ਉਹ 'ਚ ਫਰਾਰੀ ਨੇ ਕੁਝ ਨਹੀਂ ਲੈਣਾ ਸੀਗਾ, ਪਰ ਉਹ ਸਪੋਰਟ ਕਰਦੇ ਸੀਗੇ ਵੀ ਚੰਗੇ ਕੰਮਾਂ ਨੂੰ, ਸ਼ਾਇਦ ਉਸ ਕਰਕੇ ਉਹ ਸਾਡੇ ਬਾਰੇ ਜਾਣਦੇ ਸੀ। ਤੇ ਜੋ ਅਸੀਂ ਬੇਨਤੀ ਕੀਤੀ ਤਾਂ ਕਹਿੰਦੇ ਵੀ ਇੱਕ ਐਲੋਕੇਸ਼ਨ ਤੁਹਾਨੂੰ ਵੀ ਅਸੀਂ ਕਾਰ ਦੀ ਦੇਵਾਂਗੇ, ਜਦੋਂ ਕਿ ਅਸੀਂ ਐਲੀਜੀਬਲ ਨਹੀਂ ਸੀਗੇ। ਤੇ ਜਦੋਂ ਕਾਰ ਦੀ ਐਲੋਕੇਸ਼ਨ ਮਿਲੀ, ਅਸੀਂ ਬੇਨਤੀ ਕੀਤੀ ਵੀ ਅਸੀਂ ਇਹ ਕਾਰ ਨੂੰ ਅਸੀਂ ਟੇਲਰ ਮੇਡ ਕਰ ਸਕਦੇ ਹਾਂ, ਪੁੱਛ ਸਕਦੇ ਹੋ ਤੁਸੀਂ ਉਹਨਾਂ ਨੂੰ। ਤੇ ਜਿਹੜੀਆਂ ਸਪੈਸ਼ਲ ਕਾਰਾਂ ਨੇ ਉਹਨਾਂ ਟੇਲਰ ਮੇਡ ਮਤਲਬ ਕਿ ਤੁਹਾਡੇ ਆਪਦੀ ਪਸੰਦ ਦੀਆਂ ਚੀਜ਼ਾਂ ਇਹ 'ਚ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਐਗਜ਼ੈਕਟਲੀ, ਤੁਸੀਂ ਕੁਝ ਕੁ ਤਾਂ ਚੀਜ਼ਾਂ ਡੀਲਰਸ਼ਿਪ ਕੋਲੇ ਜਾ ਕਰ ਸਕਦੇ ਹੋ। ਇੱਕ ਉਹਨਾਂ ਸਪੈਸ਼ਲ ਪ੍ਰੋਗਰਾਮ ਹੈਗਾ ਟੇਲਰ ਮੇਡ ਪ੍ਰੋਗਰਾਮ, ਉਹ ਸਿਰਫ 10% ਕਾਰਾਂ ਹੁੰਦੀਆਂ ਜਿਹਨਾਂ ਨੂੰ ਅਲਾਉ ਕਰਦੇ ਨੇ।
ਅੱਛਾ ਜੀ। ਹਰ ਬੰਦੇ ਨੂੰ ਅਲਾਉ ਵੀ ਨਹੀਂ ਕਰਦੇ। ਪਹਿਲਾਂ ਦੇਖੋ ਤੁਸੀਂ ਐਲੀਜੀਬਲ ਨਹੀਂ ਹੈਗੇ ਕਾਰ ਵਾਸਤੇ, ਪਤਾ ਗੱਡੀ ਖਰੀਦਣ ਵਾਸਤੇ ਕ੍ਰਾਈਟੇਰੀਆ, ਹਾਂਜੀ। ਫਿਰ ਉਸ ਤੋਂ ਬਾਅਦ ਜਿਹੜੀ ਗੱਡੀ ਮਿਲ ਰਹੀ ਹੈ ਉਹਦੇ ਚ ਉਹਦਾ criteria, ਨਿੱਕੀ ਮੋਟੀ ਉਹਦੇ ਚ ਐਡਜਸਟਮੈਂਟ ਕਰ ਸਕਦੇ ਹਾਂ। ਹਾਂਜੀ। ਪਰ ਜੇ ਤੁਸੀਂ ਹੋਰ ਗੱਡੀ ਲੈਣੀ ਹੈ ਤੇ ਉਹਦੇ ਚ ਕਸਟਮਾਈਜ਼ੇਸ਼ਨ ਕਰਾਉਣੀ ਹੈ, ਉਹਦਾ ਵੀ ਕ੍ਰਾਈਟੇਰੀਆ ਪਾਸ ਹੋਣਾ ਪੈਂਦਾ। ਹਾਂਜੀ, ਉਹ ਪਾਸ ਹੋਣਾ ਪੈਂਦਾ। ਇਹ ਤਾਂ ਹਰ ਐਗਜ਼ਾਮ ਹੈ ਜੀ, ਹਰ ਇੱਕ ਲੈਵਲ ਤੇ। ਹਾਂਜੀ, ਇਦਾਂ ਹੀ ਫਰਾਰੀ ਮਿਲਦੀ ਹੈ। ਸੋ ਫਰਾਰੀ ਤੁਸੀਂ ਕਦੇ ਵੀ ਕਿਸੇ ਵੀ ਡੀਲਰਸ਼ਿਪ ਦੇ ਵਿੱਚ ਦੁਨੀਆ ਦੇ ਵਿੱਚ ਤੁਸੀਂ ਵਾਕ ਇਨ ਕਰਕੇ ਬ੍ਰੈਂਡ ਨਿਊ ਫਰਾਰੀ ਨਹੀਂ ਲੈ ਸਕਦੇ। ਤੁਹਾਨੂੰ ਜਿਹੜੀ ਕਾਰ ਮਿਲੇਗੀ ਡੀਲਰਸ਼ਿਪ ਦੇ ਵਿੱਚ ਉਹ ਕਿਸੇ ਦੀ ਬਣੀ ਹੋਈ ਕਾਰ ਹੋਏਗੀ, ਉਹ ਤੁਸੀਂ ਯੂਜ਼ਡ ਕਾਰ ਲੈ ਰਹੇ ਹੋ। ਅੱਛਾ। ਹਾਂਜੀ, ਉਹ ਤੁਹਾਨੂੰ ਬ੍ਰੈਂਡ ਨਿਊ ਨਹੀਂ ਮਿਲੇਗੀ। ਬ੍ਰੈਂਡ ਨਿਊ ਨਹੀਂ ਮਿਲੇਗੀ। ਅੱਛਾ, ਉਹਦੇ ਵਾਸਤੇ ਵੀ ਅਲੱਗ ਐਗਜ਼ਾਮ ਹੈ, ਉਹ ਅਲੱਗ ਕ੍ਰਾਈਟੇਰੀਆ। ਦੇਖੋ ਉਹ ਡੀਲਰ ਦੇ ਉੱਪਰ ਹੈ ਨਾ, ਡੀਲਰ ਦੇ ਉੱਪਰ ਹੈ ਵੀ ਤੁਹਾਨੂੰ ਜਿਹੜੀ ਕਾਰ ਦੇ ਰਿਹਾ ਦੇਣਾ ਚਾਹੁੰਦਾ ਕਿ ਨਹੀਂ ਦੇਣਾ ਚਾਹੁੰਦਾ। ਤੇ ਪਰ ਜਿਹੜੀ ਉਹ ਜੋ ਸਾਨੂੰ ਇਹ ਪੇਂਟ ਮਿਲਿਆ ਤੇ ਜਦੋਂ ਅਸੀਂ ਐਲਓਕੇ ਦੀ ਰਿਕੁਐਸਟ ਕੀਤੀ ਵੀ ਸਾਨੂੰ ਟੇਲਰ ਮੇਡ ਦੀ ਰਿਕੁਐਸਟ ਮਿਲ ਸਕਦੀ ਹੈ, ਉਹਨਾਂ ਸਾਨੂੰ ਅਪਰੂਵ ਕੀਤਾ। ਕਹਿੰਦੇ ਹਾਂ ਅਸੀਂ ਵਿਲ ਬੀ ਆਨਰਡ, ਤੁਸੀਂ ਆਓ ਉੱਥੇ। ਜਦੋਂ ਅਸੀਂ ਉੱਥੇ ਪਹੁੰਚੇ ਫੈਕਟਰੀ ਦੇ ਵਿੱਚ, ਅਸੀਂ ਆਪਣੇ ਜਿੱਥੇ ਟਰੈਵਲ ਕਰਦੇ ਹਾਂ ਬੱਚਿਆਂ ਨਾਲ ਟਰੈਵਲ ਕਰਦੇ ਹਾਂ, ਤੇ ਜਦੋਂ ਉੱਥੇ ਬੱਚਿਆਂ ਨਾਲ ਪਹੁੰਚੇ ਟਰੈਵਲ ਕਰਕੇ ਤੇ ਫੈਕਟਰੀ ਵਾਲੇ ਹੈਰਾਨ ਹੋਏ। ਕਹਿੰਦੇ ਵੀ ਤੁਸੀਂ ਪਹਿਲੇ ਪਰਿਵਾਰ ਨੂੰ ਬੱਚਿਆਂ ਨੂੰ ਲੈ ਕੇ ਆਏ, ਜਦੋਂ ਲੋਕ ਬੱਚਿਆਂ ਨੂੰ ਲੈ ਕੇ ਨਹੀਂ ਆਉਂਦੇ। ਤੇ ਅਸੀਂ ਕਿਹਾ ਅਸੀਂ ਤਾਂ ਨੱਚੋ ਜਿੱਥੇ ਜਾਵਾਂਗੇ ਬੱਚਿਆਂ ਨਾਲ ਹੀ ਜਾਂਦੇ ਹਾਂ। ਤੇ ਕਹਿੰਦੇ ਸਾਨੂੰ ਪ੍ਰੋਬਲਮ ਇੱਕ ਹੋ ਗਈ ਹੈ। ਪ੍ਰੋਬਲਮ ਕੀ ਹੋ ਗਈ ਹੈ ਵੀ ਜਿਹੜਾ ਡਿਜ਼ਾਈਨ ਸਟੂਡੀਓ ਦੇ ਵਿੱਚ ਬੱਚੇ ਤਾਂ ਆ ਸਕਦੇ ਨੇ, ਪਰ ਫੈਕਟਰੀ ਟੂਰ ਤੇ ਬੱਚੇ ਨਹੀਂ ਆ ਸਕਦੇ। ਅੱਛਾ। ਤੇ ਅਸੀਂ ਕਿਉਂ ਨਹੀਂ ਆ ਸਕਦੇ ਵੀ ਇਸ ਤੇ ਬੱਚਿਆਂ ਨਾਲ ਜਾ ਸਕਦੇ? ਕਹਿੰਦੇ ਕਿਉਂ ਰੀਜ਼ਨ ਕੀ ਹੈਗਾ, ਸਾਡੀ ਜਿਹੜੀ ਇੰਸ਼ੋਰੈਂਸ ਹੈ ਫੈਕਟਰੀ ਦੀ ਉਹ 14 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕਵਰ ਕਰਦੀ ਹੈ, ਥੱਲੇ ਵਾਲਿਆਂ ਨੂੰ ਨਹੀਂ ਕਰਦੀ। ਤੇ ਅਸੀਂ ਕਿਹਾ ਫਿਰ ਅਸੀਂ ਹੁਣ ਕੀ ਕਰੀਏ? ਕੈਲਗਰੀ ਤੋਂ ਆ ਗਏ, ਇੱਥੇ ਪਹੁੰਚ ਗਏ। ਤੇ ਕਹਿੰਦੇ ਜੇ ਤੁਸੀਂ ਪਰਮਿਸ਼ਨ ਦਿਓ, ਕਿਉਂ ਕੈਲਗਰੀ ਡੀਲਰ ਤੋਂ ਵੀ ਇੱਕ ਬੰਦਾ ਉੱਥੇ ਰਿਪਰੈਜ਼ੈਂਟੇਟਿਵ ਉੱਥੇ ਹੈਗਾ ਸੀ। ਤੇ ਕਹਿੰਦੇ ਵੀ ਦਾਨਤੇ ਵੀ ਜੇ ਕੰਫਰਟੇਬਲ ਹੋ ਤੇ ਅਸੀਂ ਇਹਨਾਂ ਵਾਸਤੇ ਇੱਕ ਫਰਾਰੀ ਮਿਊਜ਼ੀਅਮ ਖੋਲ ਦਿੰਦੇ ਹਾਂ ਬੱਚਿਆਂ ਵਾਸਤੇ ਤੁਹਾਡੇ। ਉਹ ਅੱਛਾ। ਹਾਂਜੀ, ਤੇ ਫਿਰ ਬੱਚਿਆਂ ਨੂੰ ਅਸੀਂ ਉੱਥੇ ਕੇਅਰ ਰੱਖਾਂਗੇ, ਹੈ ਨਾ, ਸਾਰੇ ਰਿਪਰੈਜ਼ੈਂਟੇਟਿਵ ਉੱਥੇ ਰਹਿਣਗੇ ਤੇ ਤੁਹਾਨੂੰ ਅਸੀਂ ਫੈਕਟਰੀ ਟੂਰ ਕਰਾ ਕੇ ਆ ਜਾਵਾਂਗੇ ਤੇ ਡਿਜ਼ਾਈਨ ਸਟੂਡੀਓ ਤੁਹਾਡੇ ਬੱਚੇ ਵੀ ਆ ਜਾਣਗੇ। ਸੋ 8 ਤੇ 10 ਸਾਲ ਦੇ ਸਾਡੇ ਬੇਟਾ ਬੇਟੀ ਸੀਗੇ ਤੇ ਫਰਾਰੀ ਨੇ ਆਪਣਾ ਮਿਊਜ਼ੀਅਮ ਖੋਲ੍ਹਿਆ ਤੇ ਸਾਡੇ ਬੱਚਿਆਂ ਦਾ ਡੇ ਕੇਅਰ ਸਾਡੇ ਉੱਥੇ ਹੋਇਆ ਫਰਾਰੀ ਦੇ ਵਿੱਚ। ਤੇ ਜਦੋਂ ਅਸੀਂ ਕਾਰ ਡਿਜ਼ਾਈਨ ਕਰ ਰਹੇ ਸੀ, ਮੇਰੇ ਵਾਈਫ ਦਾ ਦਿਲ ਸੀ ਕਾਰ ਥੋੜ੍ਹੀ ਜਿਹੀ ਔਰੇਂਜ ਟਾਈਪ ਦੀ ਹੋਵੇ। ਅੱਛਾ। ਖੁਸ਼ ਸੀਗੇ, ਐਕਸਾਈਟਡ ਸੀਗੇ। ਤੇ ਫਰਾਰੀ ਨੇ ਬੁਲਾਇਆ, ਪਹਿਲੀ ਵਾਰ ਤੁਸੀਂ ਉੱਥੇ ਜਾਂਦੇ ਹੋ ਕਾਰ ਲੈਣ ਵਾਸਤੇ। ਬਟ ਉਹਨਾਂ ਦੇ ਕਹੇ ਤੋਂ ਉਲਟਾ ਨਹੀਂ ਕਰ ਲਿਆ ਤੁਸੀਂ? ਉਹਨਾਂ ਨੇ 4 ਸੀਟਰ ਕਹੀ ਸੀ, ਤੁਸੀਂ 2 ਸੀਟਰ ਲਿਆ। ਬਾਅਦ ਵਿੱਚ ਬੱਚੇ ਵੱਡੇ ਹੋ ਗਏ ਨਾ, ਉਹ 2 ਸੀਟਰ ਨਹੀਂ ਬੈਠ ਸਕਦੇ ਸੀਗੇ। ਸੋ ਉਦੋਂ ਮੈਨੂੰ ਪਰਮਿਸ਼ਨ ਮਿਲ ਗਈ ਵੀ ਮੈਂ 2 ਸੀਟਰ ਕਾਰਾਂ ਲੈ ਸਕਦਾ। ਅੱਛਾ। ਕਿਉਂਕਿ ਕੈਲੀਫੋਰਨੀਆ ਟੀ ਦੇ ਵਿੱਚ ਹੁਣ ਬੱਚੇ ਵੱਡੇ ਹੋ ਗਏ, ਲੱਤਾਂ ਪਿੱਛੇ ਨਹੀਂ ਆ ਸਕਦੀਆਂ ਸੀਗੀਆਂ। ਸੋ ਉਸ ਤੋਂ ਬਾਅਦ ਹੋ ਗਿਆ ਹੁਣ ਗ੍ਰੈਜੂਏਸ਼ਨ ਹੋ ਗਈ। ਇਹ ਗੱਡੀ ਲੈਣ ਵਾਸਤੇ ਪੂਰਾ ਸਬਰ ਕੀਤਾ ਤੁਸੀਂ, ਪੇਸ਼ੈਂਸ ਰੱਖੀ। ਦੇਖੋ ਫਰਾਰੀ ਟੈਸਟ ਕਰਦੀ ਹੈ ਪੇਸ਼ੈਂਸ, ਤੁਹਾਨੂੰ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਤੇ ਸਬਰ ਦਾ ਫਲ ਮਿੱਠਾ ਹੁੰਦਾ, ਸਾਨੂੰ ਇਹ ਸਿਖਾਇਆ ਵੱਡਿਆਂ ਨੇ। ਤੇ ਜਦੋਂ ਕਾਰ ਡਿਜ਼ਾਈਨ ਕਰ ਰਹੇ ਸੀ ਅਸੀਂ, ਸਾਨੂੰ 2 ਘੰਟੇ ਦਾ ਟਾਈਮ ਮਿਲਿਆ ਹੋਇਆ ਸੀਗਾ ਡਿਜ਼ਾਈਨ ਕਰਨ ਵਾਸਤੇ ਡਿਜ਼ਾਈਨਰਸ ਦੇ ਨਾਲ ਲੋਕਲ ਫੈਕਟਰੀ ਦੇ ਵਿੱਚ। ਤੇ ਡਿਜ਼ਾਈਨ ਕਰਦੇ ਹੋਏ ਜੋ ਕਾਰ ਡਿਜ਼ਾਈਨ ਹੋਈ ਤੇ ਮੈਂ ਚੁੱਪ ਸੀਗਾ ਤੇ ਉਹਨਾਂ ਨੇ ਮੇਰੇ ਚਿਹਰੇ ਵੱਲ ਦੇਖਿਆ। ਉਹ ਕਹਿੰਦੇ ਵੀ ਡਾਕਟਰ ਸਾਹਿਬ ਤੁਸੀਂ ਖੁਸ਼ ਜਿਹੇ ਨਹੀਂ ਲੱਗਦੇ। ਮੈਂ ਕਿਹਾ ਹਾਂ ਮਤਲਬ ਹੈਗਾ, ਪਰ ਮੈਂ ਕਿਹਾ ਇਹ ਕਾਰ, ਕਹਿੰਦੇ ਮਤਲਬ ਕੀ ਕਾਰਨ ਹੈ? ਵੀ ਜਿਹੜੀ ਕਾਰ ਡਿਜ਼ਾਈਨ ਕੀਤੀ ਉਹ ਥੋੜੀ ਔਰੇਂਜ ਟਾਈਪ ਲੱਗ ਰਹੀ ਸੀ, ਮੈਨੂੰ ਥੋੜੀ ਲਾਲ ਚਾਹੀਦੀ ਸੀਗੀ, ਮੇਰੀ ਵਾਈਫ ਨੂੰ ਔਰੇਂਜ ਸ਼ੇਡ ਚਾਹੀਦਾ ਸੀਗਾ। ਤੇ ਉਹ ਕੰਪਰੋਮਾਈਜ਼ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀਗੇ। ਉਹ ਕਹਿੰਦੇ ਨਹੀਂ ਆਪਾਂ ਕੰਪਰੋਮਾਈਜ਼ ਨਹੀਂ ਕਰਨਾ ਹੈਗਾ, ਤੁਸੀਂ ਦੱਸੋ ਵੀ ਤੁਸੀਂ ਕੀ ਪ੍ਰੋਬਲਮ ਕੀ ਹੈ? ਮੈਂ ਕਿਹਾ ਦੇਖੋ ਜੇ ਇਹ ਜੀ ਕਾਰ ਜਿੱਦਾਂ ਡਿਜ਼ਾਈਨ ਹੋ ਗਈ ਹੈ, ਇਹ ਤਾਂ ਮੈਂ ਕੈਲਗਰੀ ਬੈਠਾ ਵੀ ਡਿਜ਼ਾਈਨ ਕਰ ਸਕਦਾ ਸੀ। ਮੈਂ ਕਿਹਾ ਵੀ ਅਸੀਂ ਇੰਨੀ ਦੂਰ ਬੱਚਿਆਂ ਨੂੰ ਲੈ ਕੇ ਆਏ ਹਾਂ ਤੇ ਇੱਕ ਹਿਸਟੋਰੀਕਲ ਕਾਰ ਹੈ, ਤੁਸੀਂ ਸਾਨੂੰ ਕੋਈ ਇੱਦਾਂ ਦੀ ਕਾਰ ਦਿਓ ਵੀ ਦੁਨੀਆ ਉਹ ਕਾਰ ਦੀਆਂ ਫੋਟੋਆਂ ਖਿੱਚੇ, ਵੀ ਕਾਰ ਨੂੰ ਲੋਕ ਐਪਰੀਸ਼ੀਏਟ ਕਰਨ ਵੀ ਅਸੀਂ ਇੰਨਾ ਟਾਈਮ ਅਸੀਂ ਫਰਾਰੀ ਵਾਸਤੇ ਪੈਸ਼ਨੇਟ ਹੈਗੇ ਹਾਂ। ਤੇ ਜੋ ਸਾਡੀ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ, ਜੋ ਸਾਡਾ ਪੈਸ਼ਨ ਦੇਖਿਆ ਉਹਨਾਂ ਨੇ, ਉਹ ਕਹਿੰਦੇ ਤੁਸੀਂ ਐਂ ਕਰੋ ਸਪੈਸ਼ਲ ਲੰਚ ਤੁਹਾਡੇ ਵਾਸਤੇ ਬੁੱਕ ਕੀਤਾ, ਤੁਸੀਂ ਲੰਚ ਕਰਕੇ ਆਓ, ਜਿੱਥੇ ਐਨਜ਼ੋ ਫਰਾਰੀ ਲੰਚ ਕਰਨ ਜਾਂਦੇ ਨੇ ਰੈਸਟੋਰੈਂਟ ਦੇ ਵਿੱਚ, ਤੁਸੀਂ ਉੱਥੇ ਜਾ ਕੇ ਲੰਚ ਕਰਕੇ ਆਓ ਤੇ ਉਸ ਤੋਂ ਬਾਅਦ ਤੁਸੀਂ ਆਓਗੇ ਨਾ ਤੁਹਾਡੇ ਸਪੈਸ਼ਲ ਕਾਰ ਬਣਾਵਾਂਗੇ ਅਸੀਂ। ਅੱਛਾ। ਇੱਦਾਂ ਸਾਡੀ ਕਹਾਣੀ ਸ਼ੁਰੂ ਹੋਈ। ਤੇ ਜਿਹੜੇ ਉਹ ਪੇਂਟ ਸੀਗੇ ਉੱਥੇ ਕਲੈਕਸ਼ਨ ਦੇ ਵਿੱਚ ਉਹਨਾਂ ਦੇ ਪੇਂਟ ਸੀ, ਕਹਿੰਦੇ ਤੁਸੀਂ ਭੁੱਲ ਜਾਓ ਸਾਰੇ ਪੇਂਟ। ਆਪਾਂ ਮੈਨੂੰ ਪਤਾ ਤੁਹਾਡੀ ਵਾਈਫ ਔਰੇਂਜ ਚਾਹੁੰਦੇ ਨੇ, ਔਰੇਂਜ ਸ਼ੇਡ ਹੋਵੇ, ਤੁਸੀਂ ਲਾਲ ਚਾਹੁੰਦੇ ਹੋ, ਹਾਊ ਅਬਾਊਟ ਦਿਸ ਤੁਹਾਡੇ ਅਸੀਂ ਸਪੈਸ਼ਲ ਪੇਂਟ ਹੀ ਬਣਾ ਦਿੰਦੇ ਹਾਂ। ਤੇ ਤੁਸੀਂ ਦੇਖ ਲਓ ਵੀ ਉਹਨਾਂ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਇਹੋ ਜਿਹੀ ਗੱਲਾਂ ਬਹੁਤ ਰੇਅਰ ਹੋਈਆਂ ਨੇ। ਉਹ ਖੁਦ ਨੈਚੁਰਲੀ ਸਪੈਸ਼ਲ ਪਰਮਿਸ਼ਨ ਕਿਤੋਂ ਲਈ ਹੋਣੀ ਉਹਨਾਂ ਨੇ। ਜਿਹੜਾ ਰੋਸੋ ਕਪੂਰ ਹੈ ਉਹ ਪੇਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ, ਉਹਨਾਂ ਦੇ ਕੈਟਾਲੌਗ ਦੇ ਵਿੱਚ ਹੀ ਨਹੀਂ ਸੀਗਾ। ਕਹਿੰਦੇ ਆਪਾਂ ਐਂ ਕਰਦੇ ਹਾਂ ਲਾਲ ਪੇਂਟ ਦੇ ਵਿੱਚ, ਰੋਸਾ ਕੋਰਸਾ ਦੇ ਵਿੱਚ ਆਪਾਂ ਗੋਲਡ ਦੀ ਫਿਲਾਮੈਂਟ ਪਾਵਾਂਗੇ, ਧੁੱਪ ਦੇ ਵਿੱਚ ਔਰੇਂਜ ਲੱਗੇਗਾ। ਤੇ ਉਹਨਾਂ ਨੇ ਕੰਪਿਊਟਰ ਮਾਡਲ ਤੇ ਕਰਕੇ ਦਿਖਾਇਆ ਤੇ ਅਸੀਂ ਕਿਹਾ ਦੈਟਸ ਅਮੇਜ਼ਿੰਗ, ਮੈਂ ਮੰਨ ਗਿਆ, ਸਾਰੇ ਮੰਨ ਕੇ ਖੁਸ਼ ਹੋਏ। ਤੇ ਉਸ ਤੋਂ ਬਾਅਦ ਕਹਿੰਦੇ ਵੁੱਡ ਯੂ ਮਾਈਂਡ ਜੇ ਤੁਸੀਂ ਮਾਈਂਡ ਨਹੀਂ ਕਰਦੇ ਅਸੀਂ ਇਹਦਾ ਪੇਂਟ ਦਾ ਨਾਮ ਰੋਸੋ ਕਪੂਰ ਰੱਖ ਦਈਏ। ਉਹਨਾਂ ਨੇ ਸਾਨੂੰ ਪੁੱਛਿਆ ਤੇ ਅਸੀਂ ਮਤਲਬ ਜੋ ਕੈਲਗਰੀ ਡੀਲਰਸ਼ਿਪ ਤੇ ਲੋਕ ਗਏ ਹੋਏ ਸੀ ਉਹ ਬੜਾ ਹੈਰਾਨ ਹੋਏ, ਕਹਿੰਦੇ ਅੱਜ ਤਾਂ ਸੁਣਨ ਨੂੰ ਕਦੇ ਗੱਲ ਨਹੀਂ ਮਿਲੀ ਸਾਨੂੰ। ਤੇ ਅਸੀਂ ਕਿਹਾ ਵਿਲ ਬੀ ਆਨਰਡ ਵੀ ਤੁਸੀਂ ਸਾਨੂੰ ਇੰਨਾ ਮਾਣ ਦੇ ਰਹੇ ਹੋ। ਤੇ ਉਸ ਤੋਂ ਬਾਅਦ ਜਦੋਂ ਕਾਰ ਦੀ ਡਿਜ਼ਾਈਨਿੰਗ ਸ਼ੁਰੂ ਹੋਈ, ਕਾਰ ਅਸੀਂ ਡਿਜ਼ਾਈਨ ਕਰਦੇ ਹੋਏ ਡੈਡੀਕੇਟ ਕੀਤੀ ਮਾਈਕਲ ਸ਼ੂਮਾਕਰ ਨੂੰ, ਜੋ ਫਰਾਰੀ ਦੇ ਨੰਬਰ 1 ਡਰਾਈਵਰ ਨੇ, ਰਹਿ ਚੁੱਕੇ ਨੇ ਫਾਰਮੂਲਾ 1 ਦੇ ਵਿੱਚ। ਤੇ ਉਹ ਜਦੋਂ ਡਿਜ਼ਾਈਨਿੰਗ ਦੇ ਵਿੱਚ ਚੀਜ਼ਾਂ ਕਾਰ ਦੇ ਵਿੱਚ ਆਈਆਂ
ਕਿਉਂਕਿ ਉਹ ਨੰਬਰ 1 ਨੰਬਰ ਵੀ ਉੱਥੇ ਹੀ ਆਇਆ, ਕਿਉਂਕਿ ਹੀ ਵਾਸ ਦ ਲਾਸਟ ਫਾਰਮੂਲਾ 1 ਡਰਾਈਵਰ ਟੂ ਡਰਾਈਵ ਦ ਮੈਕਸਿਮਮ ਨੰਬਰ 1 ਕਾਰਸ। ਮੈਂ ਤਾਂ ਚਾਹੂੰਗਾ ਵੀ ਸਾਡੇ ਵਿਊਅਰਸ ਨੂੰ ਰੈਡ FM ਜਿਹੜੇ ਸੁਣ ਰਹੇ ਨੇ ਦੇਖ ਰਹੇ ਨੇ ਵੀਡੀਓ, ਉਹਨਾਂ ਨੂੰ ਦਿਖਾ ਵੀ ਦਿਓ ਕਿੱਥੇ ਸਾਈਨ ਕੀਤਾ, ਕੀ ਇਹ ਗੱਡੀ ਦੀ ਖਾਸੀਅਤਾਂ ਨੇ ਜਿਹੜੀਆਂ ਉਸ ਗੱਡੀ 'ਚ ਨਹੀਂ ਹੈਗੀਆਂ, ਕਿਉਂ ਇਹ ਰੇਅਰ ਹੈ? ਹਾਂਜੀ, ਦੇਖੋ ਇਹ ਰੇਅਰ ਇਸ ਕਰਕੇ ਹੈ, ਇੱਕ ਤਾਂ ਇਹ ਕਾਰ ਇਜ਼ ਡੈਡੀਕੇਟਡ ਟੂ ਮਾਈਕਲ ਸ਼ੂਮਾਕਰ। ਤੇ ਦੇਖੋ ਫਾਰਮੂਲਾ 1 ਦੇ ਵਿੱਚ ਟ੍ਰੈਡੀਸ਼ਨ ਰਿਹਾ, ਜਿਹੜਾ ਵੀ ਪਿਛਲੇ ਸਾਲ ਦਾ ਚੈਂਪੀਅਨ ਹੁੰਦਾ ਹੈ ਉਹਦੇ ਕੋਲ ਅਧਿਕਾਰ ਹੁੰਦਾ ਕੋਈ ਨੰਬਰ 1 ਲਿਖ ਕੇ ਗੱਡੀ ਚਲਾ ਸਕਦਾ ਹੈ। ਅੱਛਾ, ਹੋਰ ਕਿਸੇ ਬੰਦੇ ਕੋਲ ਅਧਿਕਾਰ ਨਹੀਂ ਹੁੰਦਾ। ਤੇ ਮਾਈਕਲ ਸ਼ੂਮਾਕਰ ਵਾਸ ਦਾ ਲਾਸਟ ਡਰਾਈਵਰ ਜਿਨ੍ਹਾਂ ਨੇ ਕਹਿੰਦੇ ਨੇ ਮੈਕਸਿਮਮ ਗੱਡੀਆਂ ਚਲਾਈਆਂ ਸੀ ਫਾਰਮੂਲਾ 1 ਰੇਸ ਦੇ ਵਿੱਚ ਨੰਬਰ 1 ਦੇ ਨਾਲ। ਨੰਬਰ 1 ਦਾ ਰੈਕੋਰਡ ਸੀ ਉਹਨਾਂ ਦਾ। ਹਾਂਜੀ, ਤੇ ਇਸੇ ਕਰਕੇ ਇਹ ਕਾਰ ਡੈਡੀਕੇਟ ਉਹਨਾਂ ਨੂੰ ਸੀਗੀ, ਇਨਸਪਾਇਰਡ ਉਹਨਾਂ ਦੀ ਫਾਰਮੂਲਾ 1 ਤੋਂ ਕਾਰ ਸੀਗੀ। ਸੋ ਜਿਹੜਾ ਚਿੱਟਾ ਪੇਂਟ ਹੈਗਾ ਐਗਜ਼ੈਕਟ ਸੇਮ ਪੇਂਟ ਹੈ ਬਿਆਂਕਾ ਕਿੰਗ ਜਿਹੜਾ ਮਾਈਕਲ ਸ਼ੂਮਾਕਰ ਦੀ ਕਾਰ ਦੇ ਵਿੱਚ ਸੀਗਾ। ਅੱਛਾ, ਹਾਂਜੀ, ਜਿਹੜੇ ਸੀਟ ਦਾ ਮਟੀਰੀਅਲ ਹੈ ਇਨਸਾਈਡ, ਜਿਹੜਾ ਆਹ ਵਾਲਾ ਪੇਂਟ ਹੈ, ਹਾਂਜੀ ਇਹ ਸੇਮ ਪੇਂਟ ਹੈ ਜੋ ਮਾਈਕਲ ਸ਼ੂਮਾਕਰ ਦੀ ਕਾਰ ਦੇ ਵਿੱਚ ਸੀਗਾ, ਹੈ ਨਾ, ਚਿੱਟਾ ਪੇਂਟ ਕੀਤਾ ਗਿਆ ਸੀ। ਜਿਹੜਾ ਟ੍ਰਾਈ ਕਲਰ ਫਲੈਗ ਹੈ, ਇਟਾਲੀਅਨ ਫਲੈਗ ਹੈ, ਜੇ ਫੇਡ ਹੁੰਦਾ ਐਦਾਂ ਹੀ ਮਾਈਕਲ ਸ਼ੂਮਾਕਰ ਦੀ ਕਾਰ ਦੇ ਉੱਪਰ ਫੇਡ ਹੁੰਦਾ ਕਾਰ ਉਹ ਫਲੈਗ, ਓਕੇ, ਹੈ ਨਾ। ਸੋ ਜਿਹੜੀ ਕਾਰ ਹੈ ਇਜ਼ ਇਨਸਪਾਇਰਡ ਫਰਮ ਹਿਸ ਕਾਰ, ਤੇ ਉਹ ਤੋਂ ਬਾਅਦ ਡੈਡੀਕੇਟ ਉਵੇਂ ਕੀਤੀ ਗਈ ਹੈ। ਜਿਹੜਾ ਸੀਟਿੰਗ ਮਟੀਰੀਅਲ ਹੈ, ਜਿਹੜੇ ਕਾਰਾਂ ਦਾ ਸੀਟਿੰਗ ਮਟੀਰੀਅਲ ਹੈ ਅੰਦਰ ਬੈਠਣ ਦਾ, ਸੇਮ ਮਟੀਰੀਅਲ ਹੈ ਜੋ ਮਾਈਕਲ ਸ਼ੂਮਾਕਰ ਦੀ ਕਾਰ ਦੇ ਵਿੱਚ ਹੁੰਦਾ ਸੀ ਜਿਸ ਵੇਲੇ ਉਹ ਰੇਸ ਕਰਦੇ ਹੁੰਦੇ ਸੀ। ਅੱਛਾ, ਮਤਲਬ ਕਿ ਫਾਰਮੂਲਾ 1 ਦੀ ਜਿਹੜੀ ਗੱਡੀ ਸੀਗੀ, ਹਾਂਜੀ, ਉਹਨੂੰ ਅਸੀਂ ਪੀਸਤਾ ਚ ਕਨਵਰਟ ਕਰਤਾ, ਤੇ ਨਾਲ ਜਿਹੜਾ ਲਾਲ ਪੇਂਟ ਹੈਗਾ ਰੂਸੋ ਕਪੂਰ ਹੋ ਗਿਆ। ਤਾਂ ਇਸੇ ਕਰਕੇ ਜਿਹੜੀ ਕਾਰ ਹੈ, ਕਾਰ ਡੈਡੀਕੇਟ ਕੀਤੀ ਗਈ ਹੈ ਮਾਈਕਲ ਸ਼ੂਮਾਕਰ ਨੂੰ, ਤੇ ਸਪੈਸ਼ਲੀ ਇਹ ਇੱਕੋ ਇੱਕ ਇਹੋ ਜਿਹੀ ਫਰਾਰੀ ਹੈ ਧਰਤੀ ਤੇ ਜੇ 3 ਫਾਰਮੂਲਾ 1 ਡਰਾਈਵਰਸ ਨੇ ਆਟੋਗ੍ਰਾਫ ਦਿੱਤੇ ਨੇ। ਮਾਈਕਲ ਸ਼ੂਮਾਕਰ ਦੇ ਬੇਟੇ ਮਿਕ ਸ਼ੂਮਾਕਰ ਇਸ ਵੇਲੇ ਫਾਰਮੂਲਾ 1 ਦੇ ਡਰਾਈਵਰ ਨੇ ਹਾਸ ਵੱਲੋਂ। ਸੈਬੈਸਟੀਅਨ ਵੈਟਲ ਉਹ ਮਾਈਕਲ ਸ਼ੂਮਾਕਰ ਦੇ ਬਹੁਤ ਚੰਗੇ ਦੋਸਤ ਸੀਗੇ, ਆਪਣਾ ਗੁਰੂ ਮੰਨਦੇ ਨੇ, ਤੇ 4 ਟਾਈਮ ਵਰਲਡ ਚੈਂਪੀਅਨ ਰਹਿ ਚੁੱਕੇ ਨੇ। ਉਹਨਾਂ ਨੇ ਕਾਰ ਨੂੰ ਆਟੋਗ੍ਰਾਫ ਕੀਤਾ। ਉਹ ਮੈਂ ਕਹੂੰਗਾ ਵੀ ਇੱਕ ਵਾਰ ਦਿਖਾ ਦਿਓ ਖੋਲ ਕੇ, ਜੇ ਖੋਲ ਕੇ ਤੁਸੀਂ ਦਿਖਾ ਸਕਦੇ ਹੋ ਆਟੋਗ੍ਰਾਫ ਕਿੱਥੇ ਕਿੱਥੇ ਦਿੱਤੇ ਹੋਏ ਨੇ। ਹਾਂਜੀ ਹਾਂਜੀ, ਡੈਫੀਨੇਟਲੀ। ਤੇ ਉਹ ਜਿਹੜੇ ਆਟੋਗ੍ਰਾਫਸ ਨੇ ਪਿੱਛੇ ਇੱਥੇ ਇੰਜਨ ਦੇ ਬੇ ਤੇ ਹੈਗੇ ਨੇ, ਤੇ ਨਾਲ ਹੀ ਆਟੋਗ੍ਰਾਫ ਨੇ ਜੀ ਸ਼ਾਰਲਸ ਲੈਕਲੈਰਕ ਜੋ ਫਾਰਮੂਲਾ 1 ਦੇ ਇਸ ਵੇਲੇ ਨੰਬਰ 1 ਡਰਾਈਵਰ ਨੇ ਫਰਾਰੀ ਦੇ, ਉਹਨਾਂ ਦੇ ਵੀ ਆਟੋਗ੍ਰਾਫ ਨੇ ਇਸ ਚੀਜ਼ ਦੇ ਉੱਪਰ। ਦੇਖੋ ਜੀ, ਉਸ ਜੇ ਸ਼ਾਰਲਸ ਲੈਕਲੈਰਕ ਦੇ ਸਾਈਨ ਨੇ, ਸੈਬੈਸਟੀਅਨ ਵੈਟਲ ਤੇ ਮਿਕ ਸ਼ੂਮਾਕਰ, ਇਹ ਇੱਕੋ ਇੱਕ ਫਰਾਰੀ ਹੈ ਧਰਤੀ ਜਿਹਦੇ ਕੋਲ 3 ਫਾਰਮੂਲਾ 1 ਡਰਾਈਵਰਸ ਨੇ ਆਟੋਗ੍ਰਾਫ ਕੀਤਾ, ਤੇ ਨਾਲ ਲੂਇਸ ਕੈਮਲਰੀ ਨੇ ਆਟੋਗ੍ਰਾਫ ਕੀਤਾ। ਇਹ CEO ਨੇ ਫਰਾਰੀ ਦੇ, ਓਕੇ, ਹੈ ਨਾ। ਤੇ ਫਿਰ ਡਿਜ਼ਾਈਨ ਟੀਮ ਤੇ ਸਾਡੀ ਫੈਮਿਲੀ ਆਟੋਗ੍ਰਾਫਸ ਨੇ। ਅੱਛਾ, ਫੈਮਿਲੀ ਮੈਂਬਰ ਦੇ ਵੀ ਸਾਰੇ, ਤੁਹਾਡੇ ਬੱਚਿਆਂ ਦੇ ਵੀ ਆਟੋਗ੍ਰਾਫ? ਹਾਂ, ਬੱਚਿਆਂ ਦੇ ਵੀ ਆਟੋਗ੍ਰਾਫ ਨੇ ਜੀ ਉੱਥੇ, ਤੇ ਤੁਹਾਡੇ ਤੇ ਤੁਹਾਡੇ ਵਾਈਫ? ਹਾਂ, ਜਿਹੜੇ ਵੀ ਲੋਕ ਉੱਥੇ ਪਾਰਟਿਸਿਪੇਟ ਕੀਤਾ ਇਹ ਕਾਰ ਦੇ ਡਿਜ਼ਾਈਨ ਦੇ ਵਿੱਚ ਬਣਾਉਣ ਵਾਸਤੇ ਉਹਨਾਂ ਦੇ ਨਾਮ ਲਿਖੇ ਗਏ। ਇਹ ਤਾਂ ਮਤਲਬ ਕਿ ਉਹਨਾਂ ਨੇ, ਜਿੰਨਾ ਮੈਂ ਤੁਹਾਡੀ ਗੱਲਬਾਤ ਤੋਂ ਸਮਝ ਸਕਿਆ, ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਬੰਦੇ ਦਿਖਾਵੇ ਵਾਸਤੇ ਲੈਂਦੇ ਆ ਫਰਾਰੀ। ਹਾਂਜੀ, ਵੀ ਸਾਡਾ ਸੋਸ਼ਲ ਸਟੇਟਸ ਵਾਜੂਗਾ ਜੇ ਸਾਡੇ ਕੋਲ ਫਰਾਰੀ ਹੋਊਗੀ। ਹਾਂਜੀ, ਪਰ ਉਹਨਾਂ ਨੇ ਦੇਖਿਆ ਵੀ ਇਹ ਬੰਦਾ ਸਿਰਫ ਸਾਡੇ ਫਰਾਰੀ ਉਸ ਚੀਜ਼ ਵਾਸਤੇ ਨਹੀਂ ਚਾਹੁੰਦਾ, ਇਹ ਚਾਹੁੰਦਾ ਵੀ ਜਿਹੜੀ ਮੇਰੀ ਫਰਾਰੀ ਹੋਵੇ ਉਹ ਬਿਲਕੁਲ ਹੀ ਡਿਫਰੈਂਟ ਹੋਵੇ, ਯੂਨੀਕ ਹੋਵੇ, ਤੇ ਉਹ ਮੇਰੀ ਪਛਾਣ ਨਾਲ ਉਹ ਕਰਦੀ ਹੋਵੇ। ਹਾਂਜੀ, ਤੇ ਉਹਨਾਂ ਨੇ ਸਾਨੂੰ ਮਾਣ ਦਿੱਤਾ ਇਸ ਚੀਜ਼ ਵਾਸਤੇ। ਤੇ ਇਹ ਬਹੁਤ ਰੇਅਰ ਹੁੰਦਾ, ਇੰਨਾ ਈਜ਼ੀ ਨਹੀਂ ਹੁੰਦਾ ਵੀ ਤੁਹਾਨੂੰ ਇਹ ਜਿਹਾ ਕੋਈ ਦੁਨੀਆ ਦੇ ਵਿੱਚ ਇੱਕੋ ਇੱਕ ਇਹੋ ਜਿਹੀ ਕਾਰ ਹੈ ਜਿਹੜੀ ਉਹਨਾਂ ਨੇ ਤੁਹਾਨੂੰ ਗਿਫਟ ਦਿੱਤੀ ਹੋਵੇ। ਇਟਸ ਅ ਵਰਲਡ ਲੈਵਲ ਕਲੈਕਟੀਬਲ ਕਾਰ, ਵੀ ਜਿਹੜੇ ਅਮੀਰ ਲੋਕ ਹੁੰਦੇ ਨੇ ਦੁਨੀਆ ਦੇ, ਉਹਨਾਂ ਕੋਲ ਇਹ ਜਿਹੀਆਂ ਕਾਰਾਂ ਹੁੰਦੀਆਂ ਨੇ, ਤੇ ਅਸੀਂ ਉਸ ਲੈਵਲ 'ਤੇ ਨਹੀਂ ਹੈਗੇ। ਤੇ ਪਰ ਸਾਨੂੰ ਇਹ ਮਾਣ ਦੇਣਾ ਫਰਾਰੀ ਵੱਲੋਂ ਬਹੁਤ ਵੱਡੀ ਗੱਲ ਹੈ। ਕਦੇ ਫਾਦਰ ਦਾ ਵੀ ਸੁਪਨਾ ਸੀ ਫਰਾਰੀ ਬਾਰੇ, ਉਹਨਾਂ ਨਾਲ ਗੱਲਬਾਤ ਹੋਈ ਕਦੇ? ਹਾਂਜੀ, ਉਹ ਫਾਦਰ ਆਏ ਸੀ, ਮੈਂ ਉਹਨਾਂ ਨੂੰ ਲੈ ਕੇ ਗਿਆ ਟੂਰ ਦੇ ਉੱਪਰ, ਫਰਾਰੀ ਦੇ ਵਿੱਚ ਦੋਨਾਂ ਦੇ ਵਿੱਚ ਘੁਮਾ ਕੇ ਲੈ ਕੇ ਆਇਆ, ਤੇ ਬਹੁਤ ਖੁਸ਼ ਹੋਏ। ਉਹਨਾਂ ਵਿਸ਼ਵਾਸ ਨਹੀਂ ਆਇਆ, ਤੇ ਉਹਨਾਂ ਨੂੰ ਲੱਗਿਆ ਵੀ ਇੱਕ ਮੇਰੇ ਦਾਦੂ ਦਰਜੀ ਦਾ ਕੰਮ ਕਰਦੇ ਸੀ, ਤੇ ਉੱਥੇ ਟੇਲਰ ਮੇਡ ਲਿਖਿਆ ਹੋਇਆ ਵੀ ਇੱਕ ਦਰਜੀ ਦੇ ਪੋਤੇ ਕੋਲੇ ਇੱਕ ਸਪੈਸ਼ਲ ਟੇਲਰ ਮੇਡ ਕਾਰ ਹੈਗੀ ਹੈ। ਹਾਂਜੀ, ਜਦੋਂ ਆਏ, ਦੇਖੋ ਫਾਦਰ ਸਾਹਿਬ ਆਏ, ਦੋਨਾਂ ਕਾਰਾਂ ਦੇ ਵਿੱਚ ਮੈਂ ਲੈ ਕੇ ਗਿਆ ਡਰਾਈਵ ਵਾਸਤੇ, ਤੇ ਬਹੁਤ ਭਾਵੁਕ ਹੋਏ। ਉਹ ਕਹਿੰਦੇ ਵੀ ਮੇਰੇ ਦਾਦਾ ਜੀ ਉਹਨਾਂ ਨੇ ਦਰਜੀ ਦਾ ਕੰਮ ਸਿੱਖਣਾ ਸ਼ੁਰੂ ਕੀਤਾ, ਤੇ ਟੇਲਰ ਦਾ ਕੰਮ ਕੀਤਾ ਪਰਿਵਾਰ ਨੂੰ ਪਾਲਣ ਵਾਸਤੇ, ਕਿਉਂਕਿ ਸਾਰਾ ਕੁਝ ਖੋ ਚੁੱਕੇ ਸੀਗੇ, ਜ਼ਿੰਦਗੀ ਦੁਬਾਰਾ ਸ਼ੁਰੂਆਤ ਕੀਤੀ। ਉਹਦੇ ਫਰਾਰੀ ਦਾ ਜਨਮ ਵੀ ਹੋਇਆ, ਤੇ ਉਸ ਤੋਂ ਬਾਅਦ ਫਰਾਰੀ ਨੇ ਉਸੇ ਦਰਜੀ ਦੇ ਪੋਤੇ ਵਾਸਤੇ ਇੱਕ ਸਪੈਸ਼ਲ ਟੇਲਰ ਮੇਡ ਕਾਰ ਬਣਾਈ, ਤੇ ਸਪੈਸ਼ਲ ਪੇਂਟ ਬਣਾ ਕੇ ਦਿੱਤਾ। ਤੇ ਹੀ ਵਾਸ ਵੈਰੀ, ਦਾਦਾ ਨੂੰ ਯਾਦ ਕਰਦੇ ਸੀ ਪਿਤਾ ਜੀ ਨੂੰ, ਪਿਤਾ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਤੇ ਇਟ ਵਾਸ ਏ ਸਚ ਐਨ ਇਮੋਸ਼ਨਲ, ਜੋ ਇੱਥੇ ਹੁੰਦੇ ਤੇ ਬਹੁਤ ਖੁਸ਼ ਹੁੰਦੇ। ਸੋ ਯਾ ਇਟ ਇਜ਼ ਮੈਮਰੀਜ਼ ਨੇ ਜੀ। ਦੇਖੋ, ਇਨਸਾਨ ਕਾਰਾਂ ਚਲੋ ਇੱਕ ਜ਼ਰੀਆ ਯਾਦ ਕਰਨ ਦਾ ਪੇਰੈਂਟਸ ਦਾ। ਸੋ ਜਦੋਂ ਵੀ ਕਾਰ ਦੇਖਦੇ ਹਾਂ ਦਾਦਾ ਜੀ ਨੂੰ ਜ਼ਰੂਰ ਯਾਦ ਕਰੀਦਾ, ਉਹਨਾਂ ਕਰਕੇ ਅਸੀਂ ਇਸ ਲੈਵਲ 'ਤੇ ਪਹੁੰਚੇ ਹਾਂ। ਤੇ ਜਿਹੜੀ ਹੁਣ ਇਹ ਕਿੰਨੀਵੀਂ ਫਰਾਰੀ ਹੈ ਤੁਸੀਂ ਜਿਹੜੀ ਬਾਏ ਕੀਤੀ ਹੈ, ਤੇ ਹੁਣ ਹੋਰ ਕਿੰਨੀਆਂ ਕਰ ਰਹੇ ਹੋ?
ਬੜਾ ਤੇ ਪ੍ਰਾਈਵੇਟ ਸਵਾਲ ਹੈ, ਪਰ ਚਲੋ ਤੁਸੀਂ ਪੁੱਛ ਹੀ ਲਿਆ। ਤੇ ਦੇਖੋ ਸੀਰੀਜ਼ ਦੇ ਵਿੱਚ ਜੇ ਮੈਂ ਕਾਊਂਟ ਕਰਾਂ ਤਾਂ ਪਿੱਛੇ ਸਾਡੇ ਕੋਲੇ ਪਹਿਲਾਂ ਕਾਰ ਸੀ ਕੈਲੀਫੋਰਨੀਆ, ਉਸ ਤੋਂ ਬਾਅਦ ਫਿਰ ਕੈਲੀਫੋਰਨੀਆ TI ਸੀਗੀ, 488 GTB, ਫਿਰ ਉਸ ਤੋਂ ਬਾਅਦ 488 ਸਪਾਈਡਰ, ਤੇ ਉਸ ਤੋਂ ਬਾਅਦ ਫਿਰ ਪੀਸਤਾ 488, ਤੇ ਅਗਲੀ ਜਿਹੜੀ ਕਾਰ ਆ ਰਹੀ ਹੈ ਉਹ ਆ ਰਹੀ ਹੈ A12 GTS, ਉਹ ਫਰਾਰੀ ਦੀ ਲਾਸਟ V12 ਸਪਾਈਡਰ ਹੈ, ਉਹ ਵੀ 1 of 1 ਆ ਰਹੀ ਹੈ, ਤੇ ਉਹਦੇ ਕਾਰ ਦੁਬਾਰਾ ਨਹੀਂ ਬਣੇਗੀ ਕਦੇ, ਉਹ ਇੱਕੋ ਇੱਕ ਕਾਰ ਹੋਏਗੀ, ਉਹ ਵੀ ਦੁਨੀਆ 'ਚ ਇੱਕੋ ਹੀ ਕਾਰ ਹੋਏਗੀ। ਸਿਲੈਕਟ ਪੀਸ ਰੇਅਰੈਸਟ, ਹਾਂਜੀ ਰੇਅਰੈਸਟ ਉਹਦਾ ਰੇਅਰੈਸਟ, ਤੇ ਉਹ ਕਾਰ ਇਸ ਸ਼ਿਪ ਦੇ ਵਿੱਚ ਹੈ, ਸੋ ਇਟਸ ਔਨ ਇਟਸ ਵੇ ਟੂ ਕੈਲਗਰੀ। ਉਸ ਤੋਂ ਬਾਅਦ ਫਰਾਰੀ ਨੇ ਇੱਕ ਨਵਾਂ SUV ਹੁਣੇ ਲਾਂਚ ਕੀਤਾ ਹੈ ਪੁਰੋਸੈਂਗ, ਤੇ ਉਹ ਸਿਰਫ 17 ਬਣਨਗੇ ਜੋ ਅਲਬਰਟਾ ਟੈਰੀਟਰੀ 'ਚ ਆਉਣਗੇ ਅਗਲੇ 3 ਸਾਲਾਂ ਦੇ ਵਿੱਚ। ਉਹ ਵੀ ਤੁਸੀਂ ਲੈ ਲੈਣੀ ਆ? ਹਾਂਜੀ, ਉਹਦੀ ਐਲੋਕੇਸ਼ਨ ਦਿੱਤੀ ਹੋਈ ਉਹਨਾਂ ਨੇ। ਅੱਛਾ, ਆਲਰੇਡੀ ਦਿੱਤੀ ਹੋਈ ਹੈ ਤੁਹਾਨੂੰ? ਹਾਂ, ਉਹ ਕਹਿੰਦੇ ਵੀ ਤੁਹਾਡੀ ਹੈ। ਅੱਛਾ, ਹਾਂਜੀ। ਤੇ ਫਿਰ ਇੰਨੇ ਪੈਸੇ ਕਿਵੇਂ ਹੁੰਦੇ ਆ? ਬਾਬਾ ਨਾਨਕ ਆਪੇ ਦਿੰਦਾ, ਫਰਾਰੀ ਵੀ ਬਾਬਾ ਨਾਨਕ ਹੀ ਭਜਵਾਉਂਦਾ, ਮੈਂ ਤਾਂ ਉਹਨਾਂ ਕੋਲੇ ਗਿਆ ਨਹੀਂ। ਪਰ ਉਹ ਪਹਿਲਾਂ ਪੁੱਛਦੇ ਨਹੀਂ ਤੁਸੀਂ ਲੈ ਸਕਦੇ ਹੋ ਕਿ ਨਹੀਂ ਲੈ ਸਕਦੇ ਹੋ? ਕਈ ਵਾਰ ਬੰਦਾ ਹੱਥ ਤੰਗ ਵੀ ਹੁੰਦਾ ਹੈ, ਕਈ ਵਾਰ ਬੰਦੇ ਕੋਲ ਪੈਸੇ ਬੰਦਾ ਲਾਉਣ ਦਾ ਜੀ ਨਹੀਂ ਹੁੰਦਾ ਵੀ ਦੋ ਹੈਗੀਆਂ ਬਹੁਤ ਹੈ। ਦੇਖੋ ਬਾਬੇ ਨਾਨਕ ਦੇ ਹੈ ਜੀ, ਹੈ ਨਾ, ਤੇ ਇਸ ਜੋਗਾ ਬਣਾਇਆ ਵੀ ਕਾਰ ਆ ਸਕਦੀਆਂ ਨੇ, ਤੇ ਜਦੋਂ ਜਾਣਗੀਆਂ ਆਪਾਂ ਉਦੋਂ ਵੀ ਖੁਸ਼ ਹੋਵਾਂਗੇ, ਸਬਰ ਉਸ 'ਚ ਵੀ ਹੋਏਗਾ। ਸੋ ਜਦੋਂ ਤੱਕ ਦੇਈ ਜਾਏਗਾ ਆਪਾਂ ਲਈ ਜਾਵਾਂਗੇ। ਮਤਲਬ ਕਿ ਹੁਣ ਤੁਹਾਡਾ ਜਿਹੜਾ ਅਲੋਕੇਸ਼ਨ ਸਿਸਟਮ ਆ ਉਹ ਸ਼ੁਰੂ ਹੋ ਗਿਆ, ਜਦੋਂ ਵੀ ਕੋਈ ਨਵੀਂ ਮਾਡਲ ਆਉਂਦਾ ਹੈ ਉਹ ਥੋੜੀ ਕੰਸੈਂਟ ਲੈਂਦੇ ਆ, ਇਫ ਯੂ ਆਰ ਇੰਟਰਸਟਿਡ, ਜੇ ਤੁਹਾਡਾ ਇੰਟਰਸਟ ਸ਼ੋ ਹੁੰਦਾ ਤੇ ਉਹ ਓਕੇ ਕਰ ਦਿੰਦੇ ਆ, ਉਹ ਅਲੋਕੇਟ ਕਰ ਦਿੰਦੇ ਸਰ। ਹਾਂਜੀ, ਮਤਲਬ ਕਿ ਤੁਹਾਨੂੰ ਉਹ ਪਹਿਲਾਂ ਵਾਲਾ ਪ੍ਰੋਸੈਸ ਦੇ ਰਾਹੀਂ ਨਹੀਂ ਜਾਣਾ ਪੈਂਦਾ ਜੋ ਇਨੀਸ਼ੀਅਲ ਤੌਰ ਤੇ ਸ਼ੁਰੂ ਹੋਇਆ ਸੀ। ਹਾਂਜੀ, ਕਾਮ ਇਨਸਾਨ ਵਾਸਤੇ ਉਹ ਪ੍ਰੋਸੈਸ ਜਾਣਾ ਪੈਂਦਾ, ਤੇ ਉਸ ਤੋਂ ਬਾਅਦ ਹੁਣ ਸਾਨੂੰ ਆਫਰ ਕਰਦੇ ਨੇ ਵੀ ਤੁਸੀਂ ਇਹ ਕਾਰ ਲੈਣੀ ਹੈ ਕਿ ਨਹੀਂ ਲੈਣੀ, ਜੇ ਨਹੀਂ ਲੈਣੀ ਤਾਂ ਅਗਲੀ ਐਲੋਕੇਸ਼ਨ 'ਚ ਹੋਰ ਹੁੰਦੇ। ਧੰਨਵਾਦ ਡਾਕਟਰ ਕਪੂਰ ਸਾਹਿਬ, ਥੈਂਕ ਯੂ, ਸਾਨੂੰ ਆਪਣਾ ਕੀਮਤੀ ਸਮਾਂ ਦੇਣ ਵਾਸਤੇ। ਥੈਂਕ ਯੂ। ਤਾਂ ਇਹ ਸੀਗੇ ਡਾਕਟਰ ਅਨਮੋਲ ਕਪੂਰ ਫਰਾਰੀ। ਇਹੀ ਇੱਕ ਉਦਾਹਰਨ ਹੈ ਵੀ ਕਿਵੇਂ ਫਰਾਰੀ ਵਰਗੀ ਕੰਪਨੀ ਜਿਹੜੀ ਕਿ ਵੱਡੇ ਵੱਡੇ ਅਰਬਪਤੀਆਂ ਨੂੰ ਵੀ ਗੱਡੀ ਦੇਣ ਤੋਂ ਮਨਾ ਕਰ ਦਿੰਦੀ ਹੈ, ਜਾਂ ਜਵਾਬ ਦੇ ਦਿੰਦੀ ਹੈ, ਜਾਂ ਬੈਨ ਲਾ ਦਿੰਦੀ ਹੈ, ਉਹ ਇੱਕ ਪੰਜਾਬੀ ਸਿੱਖ ਨੂੰ ਉਹਨੂੰ ਮਾਣ ਵੀ ਦੇ ਰਹੀ ਹੈ, ਆਦਰ ਵੀ ਦੇ ਰਹੀ ਹੈ। ਇੱਕ ਰੇਅਰੈਸਟ ਆਨਰ ਦਿੱਤਾ ਗਿਆ ਹੈ ਡਾਕਟਰ ਅਨਮੋਲ ਕਪੂਰ ਨੂੰ।